ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਪ੍ਰੋਗਰਾਮ ਇਹ ਮੁਲਾਕਾਤ ਇੱਕ ਬਹਾਨਾ ਹੈ। ਇਹਦੇ ਵਿੱਚ ਸਾਡੇ ਅੱਜ ਦੇ ਮਹਿਮਾਨ ਨੇ ਮਾਰੂਫ ਮਜ਼ਾ ਨਗਾਰ मजागो शायर जनाब कमर बखारी साहब। कमर साहब वेलकम टू द शो। वालेकुम अस्सलाम, क्या हाल है जनाब? बहुत शुक्रिया। शुक्र अलहमदुलिल्लाह सर। अच्छा बखारी साहब, ਤੁਹਾਡਾ तलक पाकिस्तान ਦੇ ਕਿਹੜੇ ਇਲਾਕੇ ਤੋਂ ਹੈ? ਤਾਲੀਮ ਕਿੱਥੋਂ ਹਾਸਲ ਕੀਤੀ जी? ਤੇ ਅਸੀਂ ਬੜੇ ਅਰਸੇ ਤੋਂ ਤੁਹਾਨੂੰ ਫੈਸਲਾਬਾਦ ਦੇਖ ਰਹੇ ਹਾਂ ਤੇ ਇੱਥੇ ਕਿਸ ਤਰ੍ਹਾਂ ਆਉਣਾ जी खालिद साहब, सब तो पहले तो ਤੁਹਾਡਾ शुक्रिया कि ਤੁਸੀਂ ਮੇਰੇ जैसे आम शख्स ਨੂੰ ਚੁਣਿਆ ਇੰਟਰਵਿਊ ਲਈ। ਤੁਸੀਂ ਪਰਸਨੈਲਿਟੀ ਜੇ ਮਾਸ਼ਾਅੱਲਾ। ਤੇ ਮੇਰਾ ਤਾਲੁਕ ਬੇਸਿਕਲੀ ਲੋਧਰਾ ਬਹਾਵਲਪੁਰ ਦੇ 10 ਕਿਲੋਮੀਟਰ ਕਰੀਬ ਅਸੀਂ ਰਹਿੰਦੇ ਉੱਥੇ। ਤੇ ਲੋਧਰਾ ਜੰਮਪਲ ਹੋਇਆ, ਫਿਰ ਉਹਦੇ ਬਾਅਦ ਮੁਲਤਾਨ ਆ ਗਿਆ, ਮੈਂ ਸ਼ਿਫਟ ਹੋ ਗਿਆ। ਮੁਲਤਾਨ ਮੇਰੀ ਜੌਬ ਹੋਈ। ਮੁਲਤਾਨ 16 ਸਾਲ ਗੁਜ਼ਾਰਨ ਦੇ ਬਾਅਦ ਫਿਰ ਮੇਰੀ ਸਿਲੈਕਸ਼ਨ ਹੋਈ ਤੇ ਮੈਨੂੰ ਕਿਸਮਤ ਦਾਣਾ ਪਾਣੀ ਇੱਥੇ ਫੈਸਲਾਬਾਦ ਲੈ ਆਇਆ। ਅੱਛਾ ਅੱਛਾ ਜੀ। ਤੇ ਤਾਲੀਮ ਮੇਰੀ ਬੇਸਿਕ ਉੱਥੇ ਲੋਧਰਾ ਹਾਈ ਸਕੂਲ ਤੋਂ ਹੋਈ। ਉਹਦੇ ਬਾਅਦ ਫਿਰ ਮੈਂ ਮਾਸਟਰਸ ਕੀਤਾ ਉਰਦੂ ਲਿਟਰੇਚਰ ਔਰ ਇਕਬਾਲੀਆਤ ਵਿੱਚ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਤੋਂ। ਬਾਅਦ ਵਿੱਚ GC ਯੂਨੀਵਰਸਿਟੀ ਫੈਸਲਾਬਾਦ ਤੋਂ ਮੈਸ ਕਮਿਊਨੀਕੇਸ਼ਨ ਵਿੱਚ ਕੀਤਾ। MPhil ਮੈਂ ਕੀਤਾ ਮੀਡੀਆ ਸਟੱਡੀਜ਼ ਵਿੱਚ ਔਰ ਇਸ ਤਰ੍ਹਾਂ ਫਿਰ ਸਿਲਸਿਲਾ ਚੱਲਿਆ ਔਰ ਯੂਨੀਵਰਸਿਟੀ ਆਫ ਐਗਰੀਕਲਚਰ ਫੈਸਲਾਬਾਦ ਵਿੱਚ ਮੈਂ ਜੌਬ ਕਰਦਾ ਰਿਹਾ, ਡਾਇਰੈਕਟਰ ਕਮਿਊਨੀਕੇਸ਼ਨ ਰਿਹਾ। ਸਹੀ ਸਹੀ ਜੀ। ਅੱਛਾ, ਲਿਖਣਾ ਕਿਦੋਂ ਸ਼ੁਰੂ ਕੀਤਾ ਤੇ ਜਿਹੜੀ ਤੁਹਾਡੀ ਪਹਿਲੀ ਕਾਵਿਜ਼ ਸੀ ਉਹ ਨਸਰ ਸੀ ਜਾਂ ਨਜ਼ਮ ਸੀ? ਮੈਂ ਜਨਾਬ ਲਿਖਣਾ ਸ਼ੁਰੂ ਕੀਤਾ ਹੋਸ਼ ਸੰਭਾਲਣ ਦੇ ਬਾਅਦ। ਜਦੋਂ ਲਿਖਣਾ ਅੱਲਾਹ ਤਾਲਾ ਨੇ ਮੈਨੂੰ ਲਫ਼ਜ਼ਾਂ ਦੀ ਪਹਿਚਾਨ ਦਿੱਤੀ, ਉਦੋਂ ਤੋਂ ਹੀ ਮੈਂ ਲਿਖ ਰਿਹਾ। ਮੈਂ ਕ੍ਰੀਏਟਿਵ ਸੀ, ਜੁਮਲੇ ਮੇਰੇ ਮੂੰਹ ਚੋਂ ਇਸ ਤਰ੍ਹਾਂ ਦੇ ਨਿਕਲ ਜਾਂਦੇ ਸੀ ਕਿ ਲੋਕ ਹੱਸਦੇ ਸਨ। ਉਹ ਕਲਾਸ 6ਵੀਂ 7ਵੀਂ? ਜੀ, ਮੈਂ ਜਿਹੜਾ ਬਾਕਾਇਦਾ ਕਲਾਮ ਮੈਨੂੰ ਯਾਦ ਹੈ ਉਹ ਮੈਂ 7ਵੀਂ ਜਮਾਤ ਵਿੱਚ ਇੱਕ ਕਾਵਿਸ਼ ਕੀਤੀ ਸੀ। ਔਰ 9th ਕਲਾਸ ਵਿੱਚ ਮੈਂ ਬਾਕਾਇਦਾ ਇੱਕ ਨਜ਼ਮ ਲਿਖੀ ਸੀ ਜਦੋਂ ਉਦੋਂ ਸਿਆਸੀ ਤਹਿਰੀਕ ਚੱਲ ਰਹੀ ਸੀ PNA ਦੀ, ਔਰ ਉਹਦੇ ਵਿੱਚ ਇੱਕ ਜਲੂਸ ਲਈ ਮੈਂ ਲਿਖੀ ਸੀ ਤਹਿਰੀਰ। ਜੀ। ਉਹ ਤਾਂ ਜ਼ਾਹਰ ਹੈ ਨਾ, ਜਦੋਂ ਅਸੀਂ ਇੱਦਾਂ ਦੀ ਚੀਜ਼ ਉਹ ਕਲਾਸ ਦੇ ਵਿੱਚ ਛੋਟੀ ਕਲਾਸਾਂ 'ਚ ਲਿਖਦੇ ਤਾਂ ਉਹ ਜ਼ੁਬਾਨ ਜ਼ਦੇ ਆਮ ਹੀ ਹੁੰਦੀ ਹੈ ਸਟੂਡੈਂਟ ਐਵੇਂ ਬਸ। ਅੱਛਾ, ਉਸ ਤੋਂ ਬਾਅਦ ਤੁਹਾਡੀ ਜਿਹੜੀ ਬਾਜ਼ਾਬਤਾ ਤਹਿਰੀਰ ਆ ਉਹ ਕਿਸ ਸ਼ਮਾਰੇ ਛਪੀ? ਉਹ ਵੀ ਨਜ਼ਮ ਸੀ, ਨਸਰ ਸੀ, ਰਸਾਲਾ ਸੀ ਜਾਂ ਅਖਬਾਰ ਸੀ? ਮੇਰਾ ਸਭ ਤੋਂ ਪਹਿਲੇ ਮੇਰੀ ਇੱਕ ਗਜ਼ਲ ਸੀ, ਉਹ ਛਪੀ ਕਾਰਨਾਮਾ ਅਖਬਾਰ ਹੁੰਦਾ ਸੀ, ਬਲਕਿ ਅੱਜ ਵੀ ਹੈ, ਲੋਧਰਾ ਦਾ ਕਾਰਨਾਮਾ, ਜਿਹੜਾ ਲੋਧਰਾ ਔਰ ਮੁਲਤਾਨ ਦੋਨਾਂ ਤੋਂ ਛਪ ਰਿਹਾ ਹੈ। ਔਰ ਇਹਨਾਂ ਦੀ 55 ਸਾਲ ਹੋ ਗਏ ਨੇ ਅਖਬਾਰ ਛਪ ਰਿਹਾ। ਉਹਦੇ 'ਚ ਹੋਇਆ। ਉਹਦੇ ਬਾਅਦ ਫਿਰ ਮੈਂ ਮੈਟ੍ਰਿਕ ਦੇ ਬਾਅਦ ਫਿਰ ਚਾਂਦ ਰਿਸਾਲੇ 'ਚ ਕਾਰਟੂਨ ਬਣਾਉਣੇ ਸ਼ੁਰੂ ਕੀਤੇ। ਕਾਰਟੂਨ ਬੇਸਿਕਲੀ ਤੁਹਾਨੂੰ ਪਤਾ ਹੀ ਹੈ ਕਿ ਪਾਕਿਸਤਾਨ ਵਿੱਚ ਗਿਣੇ ਚੁਣੇ ਕਾਰਟੂਨਿਸਟ ਹੈ। ਸਹੀ ਸਹੀ। ਤੇ ਮੈਨੂੰ ਇਜਾਜ਼ ਹਾਸਿਲ ਰਿਹਾ ਕਿ ਮੈਂ ਚਾਂਦ ਵਿੱਚ ਤਹਿਰੀਰਾਂ ਵੀ ਲਿਖੀਆਂ ਔਰ ਕਾਰਟੂਨ ਵੀ ਬਣਾਏ। ਜੀ। ਅੱਛਾ, ਤਨਜ਼ੁਮਜ਼ਾਦੀ ਹਾਲ ਤੁਸੀਂ ਜਦੋਂ ਆਏ ਜੇ ਜੀ, ਇਹ ਆਣਾ ਹਾਦਸਾਤੀ ਸੀ ਜਾਂ ਇਸ ਫੀਲਡ ਦਾ ਸੋਚ ਸਮਝ ਕੇ ਤੁਸੀਂ ਇੰਤਖਾਬ ਕੀਤਾ? ਅਸੀਂ ਉਸ ਕਲਾਸ ਤੋਂ ਜਿਹੜੇ ਖੁਦ ਰੋ ਪੌਦੇ ਨੇ ਤੇ ਹਾਦਸਾਤੀ ਹੀ ਸਾਨੂੰ ਜਿਹੜੇ ਸ਼ੁਬਿਆਂ 'ਚ ਆਉਣਾ ਪਿਆ ਤੇ ਇਹ ਵੀ ਹਾਦਸਾਤੀ ਹੀ ਸੀ। ਅੱਛਾ ਜੀ। ਤੇ ਤੁਸੀਂ ਕੋਈ ਅਫਸਾਨੇ ਵਾਲ ਕਹਾਣੀ ਵਾਲ ਵੀ ਗਏ? ਜਨਾਬ, ਮੈਂ ਕਹਾਣੀਕਾਰ ਆਪਣੇ ਆਪ ਨੂੰ ਸਮਝਣਾ ਔਰ ਮੈਂ ਬਿਹਤਰ ਸਮਝਣਾ, ਕਿਉਂਕਿ ਮੈਂ ਰੇਡੀਆਈ ਡਰਾਮੇ ਤੇ ਮੈਂ ਬਹੁਤ ਕੰਮ ਕੀਤਾ। ਮੇਰੇ ਕਮੋ ਬੇਸ਼ ਲੌਂਗ ਪਲੇਜ਼ ਕੋਈ 30-35 ਦੇ ਕਰੀਬ ਹੋਣਗੇ ਤੇ ਉਹਦੇ 'ਚ ਜ਼ਾਹਿਰ ਹੈ ਤੁਹਾਨੂੰ ਪਤਾ ਕਿ ਫਿਕਸ਼ਨ ਹੀ ਹੈ ਬੇਸਿਕਲੀ, ਡਰਾਮਾ। ਸਹੀ ਜੀ। ਅੱਛਾ, ਤੁਹਾਡੀ ਨਜ਼ਦੀਕ ਜਿਹੜਾ ਅਫਸਾਨਾ ਵਾ ਜਾਂ ਕਹਾਣੀ ਆ ਜੀ, ਉਹ ਤਨਜ਼ੋ-ਮਿਜ਼ਾਹ ਦੀ ਨਿਸਬਤ ਆਸਾਨ ਕੰਮ ਆ ਜਾਂ? ਤਨਜ਼ੋ-ਮਿਜ਼ਾਹ ਕਿਮ ਖਾਲਿਦ ਸਾਹਿਬ, ਤੁਸੀਂ ਮੇਰੇ ਤੋਂ ਬਿਹਤਰ ਸਮਝਦੇ ਹੋ ਕਿ ਤਨਜ਼ੋ-ਮਿਜ਼ਾਹ ਬਹੁਤ ਮੁਸ਼ਕਿਲ ਕੰਮ ਹੈ। ਕਿਉਂਕਿ ਇਹਦੇ 'ਚ ਤੁਹਾਨੂੰ ਬੈਲੈਂਸ ਰੱਖਣਾ ਬੜਾ ਮੁਸ਼ਕਿਲ ਹੈ ਕਿ ਤੁਸੀਂ ਜ਼ਰਾ ਇੱਧਰ ਉੱਧਰ ਹੋਏ ਤੇ ਸਤਹੀਅਤ ਵੱਲ ਚਲੇ ਜਾਂਦੇ ਹੋ ਜਾਂ ਫਿਰ ਤੁਸੀਂ ਦੂਸਰੀ ਲਾਈਨ ਵਿੱਚ ਨਿਕਲ ਜਾਂਦੇ ਹੋ ਜਿੱਥੇ ਲੋਕਾਂ ਨੂੰ ਸਮਝ ਨਹੀਂ ਆਉਂਦੀ। ਤੁਹਾਨੂੰ ਉਹ ਲਾਈਨ ਲੈ ਕੇ ਚੱਲਣੀ ਹੁੰਦੀ ਹੈ ਜਿਹਦੇ ਨਾਲ ਲੋਕ ਖੁਸ਼ ਵੀ ਹੋਣ, ਚਿਹਰੇ ਤੇ ਮੁਸਕਰਾਹਟ ਵੀ ਆਵੇ ਔਰ ਤੁਸੀਂ ਗਿਰਾਵਟ ਦਾ ਸ਼ਿਕਾਰ ਹੋ। ਗਿਰਾਵਟ ਦਾ ਬਿਲਕੁਲ ਸਹੀ ਬਾਤ ਹੈ। ਅੱਛਾ, ਤੁਸੀਂ ਹੁਣ ਤੱਕ ਕਿਹੜੇ ਕਿਹੜੇ ਜ਼ਰਾਏ ਬਲਾਗ ਦੇ ਮੀਡੀਅਮ ਨੇ ਜਿਨ੍ਹਾਂ 'ਚ ਕੰਮ ਕਰ ਚੁੱਕੇ? ਮੈਂ ਜੀ ਸਭ ਤੋਂ ਪਹਿਲੇ ਤਾਂ ਮੈਂ ਅਖਬਾਰ ਜੁਆਇਨ ਕੀਤਾ ਸੀ ਸੰਗੇ ਮੀਲ। ਅੱਛਾ। ਔਰ ਇਹ अर्ली 80s ਦੀ ਗੱਲ ਹੈ।
ਸੰਗੇ ਮੀਲ ਵਿੱਚ ਮੈਂ ਕਾਲਮ ਲਿਖਣਾ ਸ਼ੁਰੂ ਕੀਤਾ ਸੰਗਰੇਜ਼ੇ ਦੇ ਨਾਂ ਨਾਲ, ਕਿਉਂਕਿ ਸੰਗੇ ਮੀਲ ਸੀ ਤਾਂ ਸੰਗਰੇਜ਼ੇ ਮੈਂ ਰੱਖਿਆ। ਬਾਅਦ ਵਿੱਚ ਇੱਕ ਬੜੇ ਮਸ਼ਹੂਰ ਸਾਡੇ ਰਾਈਟਰ ਨੇ, ਉਹਨਾਂ ਨੇ ਮੇਰਾ ਕਾਲਮ ਦਾ ਪੇਸ਼ਾਨੀ ਆਪਣੇ ਨਾਂ ਕਰ ਲਈ, ਸੰਗਰੇਜ਼ੇ ਉਹਨਾਂ ਨੇ ਬਾਅਦ ਵਿੱਚ ਲਿਖਣਾ ਸ਼ੁਰੂ ਕੀਤਾ। ਮੇਰਾ ਸੰਗਰੇਜ਼ੇ 80 ਦੀ ਦਹਾਈ ਤੋਂ ਚੱਲ ਰਿਹਾ ਸੀ। ਅੱਛਾ। ਉਹਦੇ ਬਾਅਦ ਫਿਰ ਮੈਂ ਜਦੋਂ ਖਬਰੀ ਅਖਬਾਰ ਸ਼ੁਰੂ ਹੋਇਆ ਮੁਲਤਾਨ ਤੋਂ, ਉੱਥੇ ਆ ਕੇ ਫਿਰ ਮੈਂ ਸਰੇਆਮ ਦੇ ਨਾਂ ਨਾਲ ਕਾਲਮ ਲਿਖਣਾ ਸ਼ੁਰੂ ਕੀਤਾ, ਔਰ ਮੇਰੇ ਤੰਜ਼ ਓ ਮਿਜ਼ਾਹ ਤੇ ਮਬਨੀ ਕਾਲਮ ਹੁੰਦੇ ਸੀ। ਇਹਦੇ ਨਾਲ ਮੈਂ ਨਵਾਏ ਵਕਤ 'ਚ ਔਰ ਦੂਸਰੇ ਅਖਬਾਰਾਂ 'ਚ ਸ਼ਾਇਰੀ ਵੀ ਕਰਦਾ ਰਿਹਾ, ਔਰ ਜ਼ਿਆਦਾ ਮੇਰਾ ਗਜ਼ਲ ਵੱਲ ਰੁਝਾਨ ਸੀ। ਉਸ ਤੋਂ ਬਾਅਦ ਤੁਸੀਂ ਰੇਡੀਓ ਕੀਤਾ? ਹਾਂਜੀ, ਰੇਡੀਓ ਮੈਂ ਬਹੁਤ ਕੀਤਾ, ਬਲਕਿ ਮੈਂ ਥੀਏਟਰ ਲਈ ਪਲੇਜ਼ ਲਿਖੇ ਵੀ ਔਰ ਥੀਏਟਰ ਕਰਦਾ ਵੀ ਰਿਹਾ। ਖਾਸ ਤੌਰ ਤੇ ਔਰੰਗਜ਼ੇਬ ਲਗਾਰੀ ਇੱਕ ਸੀਨੀਅਰ ਆਰਟਿਸਟ ਨੇ, ਉਹਨਾਂ ਦਾ ਇੱਕ ਥੀਏਟਰ ਗਰੁੱਪ ਸੀ, ਉਹਨਾਂ ਦੇ ਨਾਲ ਉਹਨਾਂ ਨੂੰ ਮੈਂ ਜੁਆਇਨ ਕੀਤਾ। ਅਸੀਂ ਜਨੂਬੀ ਪੰਜਾਬ ਔਰ ਦੂਸਰੇ ਇਲਾਕਿਆਂ 'ਚ ਜਾ ਕੇ ਡਰਾਮੇ ਕੀਤੇ, ਮੈਂ ਅਦਾਕਾਰੀ ਵੀ ਕਰਦਾ ਸੀ ਔਰ ਉਹਦੇ ਲਈ ਮੈਂ ਲਿਖਦਾ ਵੀ ਰਿਹਾ। ਕਿ ਕਿਤਾਬ ਦੀ ਅਹਿਮੀਅਤ ਵਕਤ ਦੇ ਨਾਲ ਖਤਮ ਹੋ ਗਈ? ਨਹੀਂ ਜੀ, ਕਿਤਾਬ ਦੀ ਅਹਿਮੀਅਤ ਬਿਲਕੁਲ ਖਤਮ ਨਹੀਂ ਹੋ ਸਕਦੀ। ਅੱਲਾਹ ਤਬਾਰਕ व तआला ਨੇ ਕਿਤਾਬ ਨੂੰ ਹੀ ਰੁਸ਼ਦ ਹਿਦਾਇਤ ਦਾ ਜ਼ਰੀਆ ਬਣਾਇਆ, ਔਰ ਇਹ ਆਫਾਕੀ ਚੀਜ਼ ਹੈ, ਇਹਨੇ ਰਹਿਣਾ ਹੀ ਰਹਿਣਾ ਹੈ। ਤੁਸੀਂ ਦੇਖ ਲਓ ਕਿ ਇਸ ਵਕਤ ਪੂਰੀ ਦੁਨੀਆ ਜੋ ਯੂਰਪ ਵਿੱਚ ਕਿਤਾਬ ਅੱਜ ਵੀ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਹੈ। ਅਸੀਂ ਕਿਤਾਬ ਤੋਂ ਹਟ ਚੁੱਕੇ ਹਾਂ, ਮਹਿਵਰ ਤੋਂ ਅਸੀਂ ਹਟਦੀ ਹੋਈ ਕੌਮ ਹਾਂ, ਲੇਕਿਨ ਮੈਨੂੰ ਯਕੀਨ ਹੈ ਕਿ ਕਿਤਾਬ ਵੱਲ ਅਸੀਂ ਫਿਰ ਆਵਾਂਗੇ। ਇਹ ਵਕਤ ਆਰਜ਼ੀ ਹੈ। ਤੇ ਪਬਲਿਸ਼ਰ ਇਹ ਕਿਉਂ ਕਹਿੰਦਾ ਕਿ ਕਿਤਾਬ ਵਿਕਦੀ ਨਹੀਂ, ਲੇਕਿਨ ਜਦੋਂ ਐਕਸਪੋ ਸੈਂਟਰ 'ਚ ਕਿਤਾਬਾਂ ਦੀ ਨੁਮਾਇਸ਼ ਹੁੰਦੀ ਉਦੋਂ ਲੱਖਾਂ ਰੁਪਏ ਦੀਆਂ ਕਿਤਾਬਾਂ ਵਿਕਦੀਆਂ, ਉਦੋਂ ਪਬਲਿਸ਼ਰ ਜਿਹੜਾ ਹੁੰਦਾ ਉਹ ਕਹਿੰਦਾ ਜੀ ਮੈਂ ਬੜਾ ਹੋਇਆ, ਜਾਂ ਸਿਰਫ ਉਹ ਰਾਈਟਰ ਨੂੰ ਕਹਿਣ ਵਾਸਤੇ ਇਹ ਗੱਲ ਕਰਦਾ? ਬਿਲਕੁਲ, ਇਹ ਉਹਨਾਂ ਨੇ ਇੱਕ ਆਪਣੇ ਲਈ ਇੱਕ ਸ਼ੂਗਰ ਕੋਟਡ ਜੀ ਇੱਕ ਚੀਜ਼ ਬਣਾ ਲਈ ਕਿ ਰਾਈਟਰ ਨੂੰ ਥੋੜਾ ਜਿਹਾ ਅੰਡਰ ਪ੍ਰੈਸ਼ਰ ਰੱਖਿਆ ਜਾਏ, ਲੇਕਿਨ ਕਿਤਾਬ ਦੀ ਅਹਿਮੀਅਤ ਹੈ। ਔਰ ਅੱਜ ਵੀ ਇਸ ਜ਼ੌਕ ਦੇ ਹੈ ਨੇ ਲੋਕ ਜਿਹੜੇ ਕਿਤਾਬ ਪੜ੍ਹਨਾ ਚਾਹੁੰਦੇ ਨੇ, ਔਰ ਇਹ ਮੇਰਾ ਖਿਆਲ ਹੈ ਕਿ ਅੱਗੇ ਆਉਣ ਵਾਲਾ ਦੌਰ ਹੋਰ ਕਿਤਾਬ ਵੱਲ ਲੋਕਾਂ ਨੂੰ, ਕਿਉਂਕਿ ਜਦੋਂ ਅਸੀਂ ਸਕਰੀਨ ਤੇ ਕੋਈ ਚੀਜ਼ਾਂ ਦੇਖ ਰਹੇ ਹੁੰਦੇ ਹਾਂ ਨਾ, ਸਾਡੀਆਂ ਅੱਖਾਂ ਦੇ ਉੱਪਰ ਰੇਜ਼ ਜਿਹੜੀਆਂ ਇਫੈਕਟ ਕਰ ਰਹੀਆਂ ਨੇ, ਉਹ ਬਹੁਤ ਖੌਫਨਾਕ ਨੇ। ਕਿਤਾਬ ਤੁਹਾਨੂੰ ਨੁਕਸਾਨ ਨਹੀਂ ਦਿੰਦੀ, ਤੁਹਾਡੀ ਨਜ਼ਰ ਨੂੰ, ਤੁਹਾਡੇ ਜ਼ੌਕ ਨੂੰ, ਤੁਹਾਡੀ ਮੈਮਰੀ ਨੂੰ ਮੁਤਾਸਰ ਨਹੀਂ ਕਰਦੀ। ਸਕਰੀਨ ਸਾਨੂੰ ਇਹਨਾਂ ਚੀਜ਼ਾਂ ਤੋਂ ਹਟਾ ਰਹੀ ਹੈ, ਔਰ ਇਹ ਸਾਡਾ ਲੌਂਗ ਇੰਪੈਕਟ ਨਹੀਂ ਆ ਰਿਹਾ। ਇੱਕ ਐਸੇ ਸੇ ਮੇਰਾ ਵੀ ਸਵਾਲ ਹੈ ਜੀ ਕਿ ਅੱਗੇ ਕਹਿ ਰਹੇ ਸਨ ਕਿ ਕਿਤਾਬ ਪੜ੍ਹਦਿਆਂ ਨੀਂਦ ਆ ਜਾਂਦੀ ਹੈ। ਹਾਂਜੀ, ਤੇ ਅੱਜ ਕੱਲ੍ਹ ਵੀ ਤਾਂ ਸੋਸ਼ਲ ਮੀਡੀਆ ਦੇਖਦਿਆਂ ਨੀਂਦ ਆ ਹੀ ਜਾਂਦੀ ਹੈ। ਕਿ ਕਿਤਾਬ ਦਾ ਨੀਂਦ ਨਾ ਲੱਗਾ ਤੇ ਸੋਸ਼ਲ ਮੀਡੀਆ ਟਿਕਟੌਕ ਦੇਖਦਿਆਂ ਨੀਂਦ ਆ ਜਾਂਦੀ, ਸਕਰੋਲ ਕਰਦੇ। ਅੱਛਾ, ਇਹ ਤੁਹਾਡੀ ਕਿਉਂਕਿ ਉਹ ਹਿੱਸੇ ਮਿਜ਼ਾਹ ਤੁਹਾਡੇ ਅੰਦਰ ਬਹੁਤ ਹੈ, ਹਾਲਾਂਕਿ ਨੀਂਦ ਵਾਲਾ ਖਾਤਾ ਤੇ ਖਤਮ ਹੋ ਚੁੱਕਿਆ ਹੈ। ਬਾਬਾ ਬੁੱਲੇ ਸ਼ਾਹ ਨੇ ਜਿਹੜਾ ਕੁੱਤਿਆਂ ਦੇ ਬਾਰੇ 'ਚ ਕਿਹਾ ਸੀ ਕਿ ਕੁੱਤੇ ਤੈਂ ਥੀ ਉੱਤੇ ਕਿ ਸਾਰੀ ਰਾਤ ਨਾ ਸੁੱਤੇ, ਤੋ ਹੁਣ ਜਿਹੜੇ ਨਾ ਕੁੱਤੇ ਵੀ ਯਕੀਨ ਕਰੋ ਰਾਤਾਂ ਨੂੰ ਸੌ ਜਾਂਦੇ ਨੇ, ਕਿ ਕਿਉਂ ਬਾਕੀ ਸਾਰੀ ਸਾਡੀ ਨਵੀਂ ਨਸਲ ਸਾਰੀ ਜਾਗ ਰਹੀ ਹੈ। ਤੇ ਸਰ ਇਹ ਜਾਗਣ ਵਾਲਾ ਜਿਹੜਾ ਨਾ, ਮੈਂ ਇਹਨਾਂ ਨੂੰ ਕਹਿਣਾ ਕਿ ਅੱਜ ਕੱਲ੍ਹ ਸਾਡੀ ਔਲੀਆ ਦੀ ਨਸਲ ਆਈ ਹੋਈ ਹੈ। ਇਹ ਕਿਆਮੁਲ ਲੈਲ ਕਰਦੇ ਨੇ ਕਿ ਸਾਰੀ ਰਾਤ ਜਾਗਣਾ ਹੈ, ਜਦੋਂ ਅਜ਼ਾਨਾਂ ਹੋਣੀਆਂ ਹੈ ਉਸ ਵਕਤ ਇਹਨਾਂ ਨੂੰ ਉੱਠ ਕੇ ਸੌ ਜਾਣਾ। ਅੱਛਾ ਬਗਾਰੀ ਸਾਹਿਬ, ਤੁਹਾਡਾ ਮਾਸ਼ਾਅੱਲਾ ਬੜਾ ਕੰਮ ਹੈ ਲਿਖਣ ਦੇ ਹਵਾਲੇ ਨਾਲ, ਤੁਹਾਡੇ ਪੁਰਮਜ਼ਾਜ ਜੁਮਲੇ ਨੇ ਜਿਨ੍ਹਾਂ 'ਚ ਤੰਜ਼ ਵੀ ਹੈ, ਮਜ਼ਾਹ ਵੀ ਹੈ, ਔਰ ਫਿਰ ਤੁਸੀਂ ਮਾਸ਼ਾਅੱਲਾ ਬਹੁਤ ਲਿਖਿਆ। ਤੇ ਕਿਤਾਬ ਕਿਉਂ ਨਹੀਂ ਲੈ ਕੇ ਆਏ? ਸਰ ਕਿਤਾਬ ਦੇ ਬਾਰੇ 'ਚ ਫਾਰੂਕ ਸਾਹਿਬ, ਮੈਂ ਕੋਈ ਥੋੜਾ ਜਿਹਾ ਮਾਯੂਸੀ ਦਾ ਸ਼ਿਕਾਰ ਕਹਿ ਲਓ। ਮੈਂ ਤੁਹਾਨੂੰ ਕਹਿਣਾ ਕਿ ਕਿਤਾਬ ਆਫਾਕੀ ਚੀਜ਼ ਹੈ, ਲੇਕਿਨ ਜਿਸ ਵਕਤ ਮੈਂ ਅਮੀਨਪੁਰ ਬਾਜ਼ਾਰ ਫੁੱਟਪਾਥ ਤੇ ਜੁਮਾ ਵਾਲੇ ਦਿਨ ਇਹਨਾਂ ਨੂੰ ਦੇਖਣਾ ਕਿਤਾਬਾਂ ਨੂੰ, ਉਸ ਵਕਤ ਨਾ ਮੇਰੇ ਅੰਦਰ ਦਾ ਇਨਸਾਨ ਟੁੱਟ ਜਾਂਦਾ ਹੈ। ਇਹਦੇ ਤੇ ਇੱਕ ਮੈਂ ਸ਼ੇਰ ਲਿਖਿਆ, ਮੈਂ ਲਿਖਿਆ ਕਿ ਸੁਨੋ ਫੁੱਟਪਾਥ ਕੀ ईंटों, सुनो फुटपाथ की ईंटों, सुनो कीचड़ के चंद छींटों, तुम्हारे ज़ौक़ की खातिर किताबें लिख रहा हूँ। सारे किताबां असी ते राह लंघदे लोग, अजकल बारिश का मौसम है, पैरां नाल कीचड़ ते छिट्टे किताबां ते सिट के चले जांदे ने, जिहड़ी फुटपाथ ते पईयां ने। जुत्तियां साडियां सजियां होईयां ने रैकां च, किताब साडी जलील हो रही है थल्ले। ਤੇ ਮੈਂ ਕਹਿੰਦਾ ਕਿ ਇਸ ਤੋਂ ਬਿਹਤਰ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਕਾਵਿਸ਼ ਕਰ ਲਈਏ, ਕਿਉਂਕਿ ਲੋਕ ਦੇਖ ਹੀ ਇਹੀ ਰਹੇ ਨੇ, ਉਹਦੇ ਤੇ ਅਸੀਂ ਆਪਣੇ ਜੁਮਲੇ, ਆਪਣੇ ਜੋ ਵੀ ਸਾਡਾ ਕਾਵਿਸ਼ ਹੈ, ਤੰਜ਼ ਮਿਜ਼ਾਹ ਹੈ, ਉਹ ਅਸੀਂ ਪੇਸ਼ ਕਰ ਰਹੇ ਹਾਂ ਔਰ ਲੋਕ ਉਹਨੂੰ ਦੇਖ ਰਹੇ ਨੇ, ਔਰ ਅੱਛੀ ਵਿਊਅਰਸ਼ਿਪ ਹੈ। ਸੋਸ਼ਲ
ਅੱਛਾ, ਇਸ ਵੇਲੇ ਬਖਾਈ ਸਾਹਿਬ ਜਿਹੜੇ ਸਿਆਸੀ ਤਨਜ਼ੁਮਜ਼ਾਤ ਦੇ ਪ੍ਰੋਗਰਾਮ ਮੁxtਲਿਫ ਚੈਨਲ ਤੇ ਪੇਸ਼ ਕੀਤੇ ਜਾ ਰਹੇ, ਤੁਸੀਂ ਵੀ ਉਹਦੇ 'ਚ ਕਦਮ ਰੱਖਿਆ, ਲੇਕਿਨ ਤੁਸੀਂ ਉਹਨਾਂ ਪ੍ਰੋਗਰਾਮਾਂ ਦੀ ਨਿਸਬਤ ਇੱਕ ਕਦਮ ਹੋਰ ਅੱਗੇ ਵੱਧ ਗਏ ਕਿ ਤੁਸੀਂ ਮੇਜ਼ਬਾਨ ਹੋਣ ਦੇ ਬਾਵਜੂਦ ਅਦਾਕਾਰੀ ਵੀ ਉਹਨਾਂ ਪ੍ਰੋਗਰਾਮਾਂ ਸ਼ੁਰੂ ਕੀਤੀ। ਇਹ ਫਾਰਮੈਟ ਯਾਨੀ ਕਿ ਕਿਸ ਤਰ੍ਹਾਂ ਤੁਸੀਂ? ਅੱਛਾ, ਮੈਂ ਖਾਲਿਦ ਸਾਹਿਬ ਸੋਚਿਆ ਕਿ ਇਸ ਵਕਤ ਅਸੀਂ ਜਿਸ ਡੱਗਰ ਤੇ ਚੱਲ ਰਹੇ ਹਾਂ ਕਿ ਥੀਏਟਰ ਦੇ 2-3 ਆਰਟਿਸਟ ਲੈ ਕੇ ਔਰ ਅਸੀਂ ਸਿਰਫ ਪੰਜਾਬੀ ਜੁਗਤ ਹੀ ਕਰਨੀ ਹੈ, ਅਸੀਂ ਕਿਸੇ ਹੋਰ ਲੈਂਗੁਏਜ ਨੂੰ ਤਰਜੀਹ ਨਹੀਂ ਦੇਣੀ। ਅੱਛਾ, ਸਾਡਾ ਪੂਰਾ ਪਾਕਿਸਤਾਨ ਹੈ, ਅਗਰ ਅਸੀਂ ਤਨਜ਼ੋ ਮਿਜ਼ਾਹ ਨੂੰ ਅਗਰ ਕਿਸੇ ਐਸੀ ਜ਼ੁਬਾਨ ਵਿੱਚ ਕਰੀਏ ਜਿੱਥੇ ਹੋਰ ਜ਼ਿਆਦਾ ਲੋਕ ਬੈਨੀਫਿਟ ਲੈ ਲੈਣ, ਤੇ ਅਸੀਂ ਇੱਕ ਟਿਪੀਕਲ ਜਿਹੜਾ ਸਾਡਾ ਥੀਏਟਰ ਵਾਲਾ ਸਟਾਈਲ ਹੈ ਨਾ, ਉਹਦੇ 'ਚ ਕਦੀ ਅਸੀਂ ਐਸੀ ਜੁਗਤ ਵੀ ਕਰ ਜਾਂਦੇ ਹਾਂ ਜਿਹਦੇ 'ਚ ਕਿਸੇ ਦੀ ਪਰਸਨੈਲਿਟੀ ਨੂੰ ਡੈਮੇਜ ਵੀ ਕੀਤਾ ਜਾਂਦਾ ਹੈ, ਉਹਦੇ ਚਿਹਰੇ ਦੇ ਉੱਪਰ ਫਿਰਸੀ ਲਸੂੜੀ ਵਲਗਾ ਮੂੰਹ ਹੋ ਗਿਆ, ਫਲਾਣਾ ਹੋ ਗਿਆ, ਔਰ ਅਸੀਂ ਖੁਸਰੇ ਬਣਾ ਕੇ ਥਰਡ ਸੈਕਸ ਬਣਾ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਹਾਈਲਾਈਟ ਕਰ ਰਹੇ ਹਾਂ। ਮੇਰਾ ਖਿਆਲ ਹੈ ਕਿ ਮਿਜ਼ਾਹ ਸਿਰਫ ਇਹ ਨਹੀਂ ਹੈ। ਤੁਸੀਂ ਦੇਖਿਆ ਹੋਣਾ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਕਦੀ ਤੇ ਰਾਂਗੜੀ ਬੋਲੀ ਵਿੱਚ ਜਿਹੜੀ ਹਰਿਆਣਵੀ ਜ਼ੁਬਾਨ ਹੈ, ਕਦੀ ਮੈਂ ਸਰਾਇਕੀ ਵਿੱਚ, ਕਦੀ ਜਾਂਗਲੀ ਜ਼ੁਬਾਨ ਵਿੱਚ, ਕਦੀ ਪੰਜਾਬੀ ਵਿੱਚ, ਜਾਂ ਸਾਡੇ ਹੋਰ ਲਹਿਜੇ ਨੇ, ਉਹਦੇ 'ਚ ਅਸੀਂ ਕੋਸ਼ਿਸ਼ ਕਰਨੇ ਹੈ ਕਿ ਅਸੀਂ ਅਦਾਕਾਰੀ ਕਰਕੇ ਲੋਕਾਂ ਦੇ ਚਿਹਰੇ ਤੇ ਇੱਕ ਖਫੀਫ ਜਿਹੀ ਮੁਸਕਰਾਹਟ ਲਿਆਈਏ, ਤੇ ਇਹ ਸਭ ਤੋਂ ਅੱਛਾ ਕੰਮ ਹੈ, ਇਹਦੇ ਤੇ ਕੰਮ ਮੈਂ ਕਰ ਰਿਹਾ। ਅੱਛਾ, ਇਸ ਵੇਲੇ ਜਿਹੜੇ ਵੀ ਜਿੰਨੇ ਵੀ ਇਲੈਕਟ੍ਰੋਨਿਕ ਮੀਡੀਆ ਤੇ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ, ਖਾਸ ਤੌਰ ਤੇ ਸਿਆਸੀ ਤਨਜ਼ੁਮਜ਼ਾਤ ਜੀ, ਉਹਦਾ ਅਸੀਂ ਤਾਨਾ ਬਾਨਾ ਜਿਹੜਾ ਆਫਤਾਬ ਇਕਬਾਲ ਨਾਲ ਜੋੜਦੇ ਹਾਂ ਕਿ ਉਹਦੇ ਜੱਦ ਨੇ ਜੱਦੇ ਅਮਜਦ ਨੇ, ਉਹਨਾਂ ਨੇ ਸ਼ੁਰੂ ਕੀਤਾ, ਲੇਕਿਨ ਜਿਹੜੇ ਸਾਡੇ ਮੁਹੱਕਕ ਨੇ, ਤਹਿਕੀਕ ਕਰਨ ਵਾਲੇ ਨੇ, ਉਹ ਦੱਸਦੇ ਨੇ ਕਿ ਅਸਲ ਜਿਹੜਾ ਰੇਡੀਓ ਪ੍ਰੋਗਰਾਮ ਸੀ ਨਾ ਨਿਜ਼ਾਮਦੀਨ ਦੀਆਂ ਜੀ ਉਥੋਂ ਇਹ ਚੀਜ਼ ਸ਼ੁਰੂ ਹੋਈ ਹੈ। ਤੇ ਮੇਰਾ ਖਿਆਲ ਤੁਸੀਂ ਵੀ ਇੱਥੇ ਹੋਵੋਗੇ ਕਿ ਵਾਕਈ? ਨਹੀਂ, ਇਹਦੇ 'ਚ ਸਰ ਕੋਈ ਸ਼ੱਕ ਨਹੀਂ ਕਿ ਨਿਜ਼ਾਮਦੀਨ ਹੀ ਰੋਲ ਮਾਡਲ ਹੈ ਸਾਡਾ, ਔਰ ਇਹਦੇ ਤੇ ਤੁਸੀਂ ਦੇਖ ਲਓ ਅਜ਼ੀਜ਼ੀ ਸੁਹੇਲ ਅਹਿਮਦ ਬਿਲਕੁਲ ਉਹੀ ਚੀਜ਼ ਲੈ ਕੇ ਚੱਲ ਰਿਹਾ, ਔਰ ਤੁਸੀਂ ਨਿਜ਼ਾਮਦੀਨ ਨੂੰ ਚੁੱਕ ਕੇ ਦੇਖ ਲਓ ਔਰ ਅਜ਼ੀਜ਼ੀ ਨੂੰ ਦੇਖ ਲਓ, ਉਹ ਕੋਸ਼ਿਸ਼ ਵੀ ਕਰਦਾ ਹੈ ਕਿ ਉਹਦੇ ਲਹਿਜੇ 'ਚ ਗੱਲ ਕਰੇ, ਔਰ ਉਹਨੇ ਆਲਦੋ ਕਿ ਬਹੁਤ ਸ਼ੋਹਰਤ ਹਾਸਲ ਕੀਤੀ ਹੈ। ਉਸ ਜ਼ਮਾਨੇ 'ਚ ਚूँकि ਟੀਵੀ 'ਚ ਨਹੀਂ ਆਉਂਦਾ ਸੀ ਤੇ ਉਹਨੂੰ ਇੰਨੀ ਜ਼ਿਆਦਾ ਫੇਮ ਨਹੀਂ ਮਿਲਿਆ, ਲੇਕਿਨ ਰੇਡੀਓ ਤੇ ਉਹ ਇੱਕ ਲੈਜੈਂਡ ਸੀ, ਔਰ ਅੱਜ ਵੀ ਉਹਨੂੰ ਹੀ ਕਾਪੀ ਕੀਤਾ ਜਾ ਰਿਹਾ ਹੈ, ਔਰ ਆਫਤਾਬ ਇਕਬਾਲ ਨੇ ਵੀ ਉਹਨੂੰ ਹੀ ਮਾਡਲ ਬਣਾਇਆ ਸੀ, ਤੇ ਮੇਰੇ ਖਿਆਲ ਸਾਡੇ ਲਈ ਰੋਲ ਮਾਡਲ ਹੋਈ ਨੇ। ਅੱਛਾ, ਤੁਸੀਂ ਪਾਕਿਸਤਾਨ ਟੈਲੀਵਿਜ਼ਨ ਮਲਤਾਨ ਸੈਂਟਰ ਤੋਂ ਵੀ ਕਾਫੀ ਸਾਰੇ ਪ੍ਰੋਗਰਾਮ, ਹਾਂਜੀ, ਉਹ ਤੁਸੀਂ ਲਿਖਦੇ ਵੀ ਰਹੇ, ਪੇਸ਼ ਵੀ ਕਰਦੇ ਰਹੇ ਜੀ, ਕੁਛ ਉਸ ਬਾਰੇ ਸਾਨੂੰ ਦੱਸੋ। ਬਲਕਿ ਆਖਰੀ ਜਿਹੜਾ ਤੁਹਾਡਾ ਪ੍ਰੋਗਰਾਮ ਸੀ ਕੁਝ ਮੇਰਾ ਹਾਲ ਤਨਜ਼ੁਮਜ਼ਾਤ ਤੇ ਮਬਨੀ ਸੀ। ਹਾਂਜੀ, ਇਹ ਜਿਹੜੇ ਉਹ ਹੈ ਸੀ ਚੰਦਰੇ ਚੌਕ ਦੇ ਸਰਾਇਕੀ ਵਿੱਚ ਚੰਦਰੇ ਉਹਨਾਂ ਨੂੰ ਕਹਿੰਦੇ ਨੇ, ਜਿਹੜੇ ਚੌਕ ਵਿੱਚ ਖੜੇ ਹੋ ਕੇ ਨਾ ਲੋਕਾਂ ਨੂੰ ਛੇੜਛਾੜ ਕਰਦੇ ਨੇ, ਸਹੀ ਉਹਨਾਂ ਨੂੰ ਸਰਾਇਕੀ ਬੈਲਟ ਵਿੱਚ ਚੰਦਰੇ ਕਿਹਾ ਜਾਂਦਾ ਕਿ ਚੰਦਰੇ ਨੇ ਚੌਕ ਦੇ, ਸਹੀ। ਉਹ ਅਸੀਂ ਇੱਕ ਚੰਦਰੇ ਚੌਕ ਦੇ ਕੀਤਾ, ਉਹ ਬੜਾ ਅੱਛਾ, ਬੜਾ ਹਿੱਟ ਗਿਆ ਉਸ ਏਰੀਏ 'ਚ। ਔਰ ਇਸ ਤੋਂ ਇਲਾਵਾ ਇੱਕ ਪਾਣੀ 'ਚ ਮਧਾਣੀ ਹਾਂਜੀ ਸਰਾਇਕੀ, ਇਹ ਵੀ ਕੀਤਾ, ਔਰ ਇੱਕ ਦੋ ਫਿਰ ਟਾਕ ਸ਼ੋਜ਼ ਵੀ ਅਸੀਂ ਕਰਦੇ ਰਹੇ। ਅੱਛਾ, ਪਾਣੀ ਵਿੱਚ ਮਧਾਣੀ ਤੇ ਸੋਹਣੀ ਧਰਤੀ ਤੋਂ ਵੀ ਸ਼ਾਇਦ ਪੇਸ਼ ਹੁੰਦਾ ਰਿਹਾ। ਹਾਂਜੀ, ਸੋਹਣੀ ਧਰਤੀ ਤੋਂ ਵੀ ਹੋਇਆ, ਲੇਕਿਨ ਇਹ ਪਿਓਰ ਸਰਾਇਕੀ ਸੀ। ਅੱਛਾ, ਜਿਹੜਾ ਤੁਸੀਂ ਉਥੋਂ ਕੀਤਾ ਪਿਓਰ ਸਰਾਇਕੀ, ਕਿਉਂਕਿ ਸਰਾਇਕੀ ਪਾਣੀ ਵਿੱਚ ਮਧਾਣੀ, ਬੇਸਿਕਲੀ ਉਹ ਮਧਾਣੀ ਸਰਾਇਕੀ 'ਚ ਕਹਿੰਦੇ ਨੇ, ਕਿ ਅਸੀਂ ਚूँकि ਉਸ ਏਰੀਏ ਦੇ ਸੀ, ਫਿਰ ਅਸੀਂ ਉਸ ਲਹਿਜੇ 'ਚ ਕੀਤਾ। ਸਹੀ। ਅੱਛਾ, ਤੁਸੀਂ ਇਹਨੇ ਸਾਰੇ ਮੀਡੀਅਮ 'ਚ ਅਖਬਾਰ, ਰੇਡੀਓ, ਟੈਲੀਵਿਜ਼ਨ, ਸੋਸ਼ਲ ਮੀਡੀਆ ਦੇ ਕੰਮ ਕਰ ਰਹੇ ਹੋ, ਇਹਨਾਂ 'ਚ ਮੁਸ਼ਕਲ ਪਰਫਾਰਮ ਕਰਨਾ ਕਿਸ ਮੀਡੀਅਮ ਦੇ ਉੱਤੇ? ਸਰ, ਰੇਡੀਓ ਮੈਂ ਸਮਝਣਾ ਕਿ ਸਭ ਤੋਂ ਮੁਸ਼ਕਿਲ ਹੈ ਕਿ ਰੇਡੀਓ 'ਚ ਤੁਸੀਂ ਆਪਣੀ ਆਵਾਜ਼ ਦੇ ਨਾਲ ਤਸਵੀਰ ਬਣਾਉਣੀ, ਉਤਾਰ ਚੜਾਓ ਦੇ ਨਾਲ। ਹਾਂਜੀ, ਤੁਸੀਂ ਸਾਰਾ ਮੰਜ਼ਰਨਾਮਾ ਆਪਣੀ ਆਵਾਜ਼ ਦੇ ਨਾਲ ਕ੍ਰੀਏਟ ਕਰਨਾ ਹੈ, ਬਹੁਤ ਮੁਸ਼ਕਿਲ ਕੰਮ ਹੈ। ਬਾਕੀ ਵਿਜ਼ੂਅਲਾਈਜ਼ ਤੇ ਤੁਸੀਂ ਕਰਦੇ ਹੋ, ਤੁਸੀਂ ਅਦਾਕਾਰੀ ਦੇ ਨਾਲ, ਤੁਸੀਂ ਆਪਣੇ ਬਾਡੀ ਜੈਸਚਰ ਦੇ ਨਾਲ, ਔਰ ਤੁਸੀਂ ਆਪਣੇ ਫੇਸ ਐਕਸਪ੍ਰੈਸ਼ਨ ਦੇ ਨਾਲ ਚੀਜ਼ਾਂ ਲੋਕਾਂ ਤੱਕ ਪਹੁੰਚਾ ਸਕਦੇ ਹੋ, ਲੇਕਿਨ ਰੇਡੀਓ ਸਭ ਤੋਂ ਮੁਸ਼ਕਿਲ ਮੇਰੇ ਹਿਸਾਬ ਨਾਲ। ਸਹੀ। ਅੱਛਾ, ਸੋਸ਼ਲ ਮੀਡੀਆ ਤੇ ਅੱਜ ਜਦੋਂ ਕੋਈ ਨਵਾਂ ਲਿਖਾਰੀ ਆਉਂਦਾ ਹੈ ਤੇ ਉਹ ਸਮਝਦਾ ਹੈ ਕਿ ਮੈਂ ਜੋ ਕੁਝ ਕੰਮ ਕਰਤਾ ਇਹ ਬਸ ਫਾਈਨਲ ਕੰਮ ਆ, ਕਿ ਮੈਂ ਅਖੀਰ ਕਰਤੀ ਆਪਣੇ ਕੰਮ ਦੀ, ਤੇ ਤੁਸੀਂ ਸਮਝਦੇ ਹੋ ਕਿ ਸੋਸ਼ਲ ਮੀਡੀਆ ਨਵੇਂ ਲਿਖਾਰੀ ਤਰਬੀਅਤ 'ਚ ਕੋਈ ਕਿਰਦਾਰ ਅਦਾ ਕਰ ਰਿਹਾ?
ਕਈਆਂ ਨਵਾਂ ਲਿਖਾ ਰਹੀ ਉੱਥੇ ਟਾਈਮ ਜ਼ਾਇਆ ਕਰ ਰਹੇ। ਅੱਜ ਤਾਂ ਮਾਜ਼ਰਤ ਦੇ ਨਾਲ ਅਸੀਂ ਵੀ ਅੱਜ ਦੇ ਦੌਰ ਦੇ ਹੀ ਹੈਗੇ ਆ, ਏਜ ਨੂੰ ਛੱਡ ਦਿਓ, ਅਸੀਂ ਅੱਜ ਦੇ ਦੌਰ ਵਿੱਚ ਕੰਮ ਕਰ ਰਹੇ ਹਾਂ। ਤੇ ਮੇਰਾ ਖਿਆਲ ਹੈ ਕਿ ਤਰਬੀਅਤ ਦੇ ਹਵਾਲੇ ਨਾਲ ਅੱਜ ਅਸੀਂ ਅਗਰ ਪਿੱਛੇ ਜਾ ਕੇ ਲੋਕਾਂ ਨੂੰ ਦੇਖੀਏ ਨਾ ਤੇ ਅਸੀਂ ਬਹੁਤ ਜ਼ਿਆਦਾ ਸਤਹੀਅਤ ਵੱਲ ਆ ਗਏ ਹਾਂ। ਤਰਬੀਅਤ ਹੋ ਨਹੀਂ ਰਹੀ ਜਾਂ ਅਸੀਂ ਤਰਬੀਅਤ ਵੱਲ ਆ ਨਹੀਂ ਰਹੇ। ਮਤਲਬ ਸਾਡੇ ਅੱਜ ਕੱਲ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਨਾ ਕਿ ਅਕਲੇ ਕੁੱਲ ਸਮਝਣ ਲੱਗ ਗਏ ਨੇ ਲੋਕ। ਇਹ ਟੈਲੈਂਟ ਦੀ ਮੌਤ ਹੈ ਜਦੋਂ ਕੋਈ ਇਹ ਸਮਝਣ ਲੱਗ ਜਾਏ ਕਿ ਜੀ ਮੈਂ ਪਰਫੈਕਟ ਤੇ ਕੋਈ ਹੈ ਹੀ ਨਹੀਂ। ਇਹ ਇੱਕ ਅਮਲ ਹੈ, ਹਰ ਕਿਸੇ ਨੇ ਆਪਣਾ ਹਿੱਸਾ ਪਾਣਾ ਹੈ। ਸਮੁੰਦਰ ਹੈ, ਸਮੁੰਦਰ ਜਿੰਨਾ ਵੀ ਤੁਸੀਂ ਪਾਣੀ ਪਾਓਗੇ ਕਿਸੇ ਨੂੰ ਪਤਾ ਨਹੀਂ ਲੱਗੇਗਾ। ਇਹ ਦੁਨੀਆ ਜਦੋਂ ਦੀ ਬਣੀ ਨਾ ਉੱਥੇ ਪਤਾ ਜੀ ਪਾਉਣ ਦਾ ਲੱਗੇਗਾ ਤੇ ਨਾ ਉਹ ਚੋਂ ਬਾਲਟੀ ਕੱਢ ਲਓਗੇ। ਇਸ ਵਾਸਤੇ ਮੇਰਾ ਖਿਆਲ ਹੈ ਕਿ ਤੁਸੀਂ ਜਿਸ ਤਰ੍ਹਾਂ ਖੁਦ ਬੜੇ ਰਾਈਟਰ ਹੋ, ਇਨਸਾਨ ਨੂੰ ਉਸ ਆਪਣੇ ਆਪ ਨੂੰ ਉਸ ਹੱਦ ਤੱਕ ਰੱਖਣਾ ਚਾਹੀਦਾ ਹੈ ਔਰ ਹੰਬਲ ਹੋਣਾ ਚਾਹੀਦਾ ਹੈ। ਤੁਸੀਂ ਜਿੰਨਾ ਝੁਕੋਗੇ ਉਨਾ ਫਲ ਲੱਗੇਗਾ ਤੁਹਾਨੂੰ। ਔਰ ਇਹ ਮੇਰਾ ਖਿਆਲ ਹੈ ਕਿ ਬੁਨਿਆਦੀ ਲਾਈਨ ਹੈ। ਅੱਜ ਕੱਲ ਸਾਡੇ ਨੌਜਵਾਨਾਂ ਦੀ ਤਬੀਅਤ ਵੀ ਖਰਾਬ ਹੈ ਔਰ ਤਰਬੀਅਤ ਵੀ ਖਰਾਬ ਹੈ। ਸਹੀ। ਅੱਛਾ, ਤੁਸੀਂ ਨਸਰ ਦੇ ਨਾਲ ਸ਼ਾਇਰੀ ਵੀ ਕਰਦੇ ਹੋ ਤੇ ਚੰਗੀ ਸ਼ਾਇਰੀ ਵੀ ਕਰਦੇ ਹੋ, ਜਿੱਦਾਂ ਕਿ ਉਹ ਸ਼ਹਜ਼ਾਦ ਬਸਰਾ ਸਾਹਿਬ ਵੀ ਇੱਕ ਦੋ ਤੁਹਾਡੀਆਂ ਚੀਜ਼ਾਂ ਦੱਸ ਕੇ ਗਏ ਕਿ ਉਹ ਜਿਮ 'ਚ ਵੀ ਕੋਈ ਲੜਕਾ ਆਉਂਦਾ ਤੇ ਉਹ ਤੇ ਦੋਨਾਂ 'ਚੋਂ ਤੁਸੀਂ ਆਸਾਨੀ ਕਿਹਦੇ 'ਚ ਮਹਿਸੂਸ ਕਰਦੇ ਹੋ, ਸ਼ਾਇਰੀ 'ਚ ਜਾਂ ਨਸਰ ਦੇ ਵਿੱਚ? ਅਸਲ ਵਿੱਚ ਖਾਲਿਦ ਸਾਹਿਬ ਮੈਂ ਸਮਝਣਾ ਕਿ ਮੇਰੀ ਜਿਹੜੀ ਇੱਕ ਰੂਹ ਹੈ ਨਾ, ਭਟਕਦੀ ਰੂਹ, ਉਹਦੇ 'ਚ ਸ਼ਾਇਰ ਜ਼ਿਆਦਾ ਮਚਲਦਾ ਹੈ। ਸ਼ਾਇਰੀ ਬੁਨਿਆਦੀ ਤੌਰ ਤੇ ਇਨ ਬਿਲਟ ਜ਼ਾਹਿਰ ਹੈ ਸ਼ਾਇਰ ਤੇ ਹੁੰਦਾ ਕੋਈ ਜਾਂ ਫਿਰ ਨਹੀਂ ਹੁੰਦਾ, ਤੇ ਸਾਡੇ ਅੰਦਰ ਸ਼ਾਇਰੀ ਸ਼ੁਰੂ ਤੋਂ ਮੌਜੂਦ ਹੈ। ਮੈਂ ਇਹਦੇ 'ਚ ਜ਼ਿਆਦਾ ਕੰਫਰਟੇਬਲ ਫੀਲ ਕਰਨਾ ਔਰ ख़ास तौर पे मेरा ਜਿਹੜਾ ਸਟਾਈਲ ਹੈ ਉਹ ਹੈ ਮੈਂ ਲਫ਼ਜ਼ਾਂ ਦੇ ਨਾਲ ਖੇਲਣਾ। ਔਰ ਮੈਂ ਸਮਝਣਾ ਕਿ ਲਫ਼ਜ਼ਾਂ ਨਾਲ ਖੇਲਣਾ ਜਜ਼ਬਾਤ ਨਾਲ ਖੇਲਣ ਤੋਂ ਬਿਹਤਰ ਹੈ। ਸਹੀ ਬਿਲਕੁਲ। ਆਏ ਦਿਨ ਕੋਈ ਨਾ ਕੋਈ ਅਵਾਰਡ ਤਕਰੀਬਾਤ ਹੁੰਦੀਆਂ ਦੀਆਂ, ਸਰਕਾਰੀ ਸਤਹ ਤੇ ਪ੍ਰਾਈਵੇਟ ਸਤਹ ਤੇ ਹਰ ਤਰੀਕੇ ਨਾਲ ਕੋਈ ਨਾ ਕੋਈ ਤਨਜ਼ੀਮ ਲੱਗੀ ਹੈ ਜੀ। ਤੇ ਮਾਸ਼ਾਅੱਲਾ ਕਿੰਨੇ ਅਵਾਰਡ ਲਏ ਤੁਸੀਂ? ਛੋਟੀ ਸਤਹ ਤੇ ਜਿਹੜੇ ਕੋਈ ਹੈ ਇੱਕ ਰਾਈਟਰਸ ਪੈਨਲ ਆਫ ਪਾਕਿਸਤਾਨ ਵੱਲੋਂ ਮੈਨੂੰ ਬੈਸਟ ਰਾਈਟਰ ਦਾ ਅਵਾਰਡ ਮਿਲਿਆ ਸੀ 93 ਵਿੱਚ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਰਹੇ ਤੇ ਸਾਨੂੰ USAID ਵੱਲੋਂ ਔਰ ਬਾਕੀ ਇਦਾਰਿਆਂ ਵੱਲੋਂ ਕਾਫੀ ਅਵਾਰਡਸ ਮਿਲੇ ਨੇ। ਲੇਕਿਨ ਅਦਬੀ ਜਿਹੜੇ ਇੱਕ ਹੈ ਨੇ, ਜਿਸ ਤਰ੍ਹਾਂ ਆਦਮਜੀ ਅਵਾਰਡ ਹੈ ਜਾਂ ਇਸ ਤਰ੍ਹਾਂ ਕੋਈ ਅਵਾਰਡ ਨਹੀਂ ਮਿਲਿਆ, ਲੇਕਿਨ ਸਾਨੂੰ ਰਿਵਾਰਡ ਬੜਾ ਮਿਲਿਆ। ਜਿਸ ਵਕਤ ਲੋਕ ਮਿਲਦੇ ਨੇ ਔਰ ਕਹਿੰਦੇ ਨੇ ਕਿ ਬੁਖਾਰੀ ਸਾਹਿਬ ਅਸੀਂ ਤੁਹਾਡੀ ਫਲਾਂ ਸੋਸ਼ਲ ਮੀਡੀਆ ਤੇ ਪੋਸਟ ਦੇਖੀ ਔਰ ਅਸੀਂ ਬਹੁਤ ਇੰਜੋਏ ਕੀਤਾ ਔਰ ਬੜੇ ਹਾਸੇ ਅਸੀਂ ਸ਼ੇਅਰ ਵੀ ਕੀਤਾ, ਦੋਸਤਾਂ ਨੂੰ ਦਿਖਾਇਆ, ਉਹ ਜਿਹੜੀ ਇੱਕ ਚੀਜ਼ ਹੈ ਨਾ ਸਾਡੇ ਲਈ ਉਹ ਸਭ ਤੋਂ ਬੜਾ ਅਵਾਰਡ ਵੀ ਹੈ ਔਰ ਰਿਵਾਰਡ ਵੀ ਹੈ। ਮੇਰਾ ਖਿਆਲ ਹੈ ਕਿ ਇਹਦੇ ਨਾਲ ਕਮਾਨੀ ਅਵਾਰਡ ਕੋਈ ਨਹੀਂ ਹੈ। ਲੇਕਿਨ ਸਰਕਾਰੀ ਸਤਹ ਤੇ ਜਿਹੜੇ ਅਵਾਰਡ ਨੇ ਉਹ ਵੀ ਹੁਣ ਮਤਨਾਜ਼ਾ ਹੈਸੀਅਤ ਇਖਤਿਆਰ ਕਰ ਗਏ। ਸਰ ਜੀ, ਸਰਕਾਰ ਦੀ ਬਾਰਗਾਹ 'ਚ ਤੁਹਾਨੂੰ ਬਹੁਤ ਕੁਝ ਕਰਨਾ ਪੈਂਦਾ ਹੈ ਔਰ ਸਾਡੇ ਕੁਝ ਦੋਸਤ ਹੈ ਨੇ ਉਹਨਾਂ 'ਚ ਪੋਟੈਂਸ਼ੀਅਲ ਵੀ ਹੈ, ਉਹ ਏਵਾਨਾਂ ਦੇ ਚੱਕਰ ਵੀ ਲਗਾ ਲੈਂਦੇ ਨੇ ਔਰ ਲੌਬਿੰਗ ਵੀ ਕਰ ਲੈਂਦੇ ਨੇ। ਤੇ ਇੱਕ ਮੈਨੂੰ ਅਨਵਰ ਜਮਾਲ ਦਾ ਸਾਡੇ ਉਸਤਾਦ ਨੇ, ਉਹਨਾਂ ਦਾ ਇੱਕ ਸ਼ੇਰ ਹੈ, ਉਹ ਕਹਿੰਦੇ ਨੇ ਕਿ ਮੁਝੇ ਮੌਕਾ ਸ਼ਨਾसी का हुनर आता नहीं अनवर, जहाँ मतलब निकलता हो समझदारी नहीं करता। ਅਸੀਂ ਸਮਝਦਾਰ ਨਹੀਂ ਹਾਂ। ਮੈਂ ਤਾਂ ਸਮਝਦਾਰ ਨਹੀਂ ਤੇ ਸਾਨੂੰ ਤੁਸੀਂ ਬਸ ਆਮ ਆਰਡੀਨਰੀ ਸ਼ਖਸ। ਲੇਕਿਨ ਉਹਦੇ ਵਿੱਚ ਇਹ ਨਾ ਕਿ ਤੁਹਾਡੀ ਮਾਸ਼ਾਅੱਲਾ ਇੱਜ਼ਤ ਵੀ ਹੈ, ਇੱਕ ਤੁਹਾਡੇ ਹਰ ਚੀਜ਼ ਨੂੰ ਪਸੰਦ ਕੀਤਾ ਜਾਂਦਾ। ਅੱਛਾ, ਤੁਹਾਡਾ ਮੀਡੀਆ ਨੇ ਕਿਉਂਕਿ ਬਹੁਤ ਅਲੱਗ ਰਿਹਾ, ਹਾਲੇ ਵੀ ਹੈ ਜੀ। ਅੱਜ ਅਸੀਂ ਦੇਖਦੇ ਹਾਂ ਕਿ ਐਸੇ ਡਰਾਮਾ ਨਗਾਰ ਨੇ ਜਿਨ੍ਹਾਂ ਨੂੰ ਅਸੀਂ ਇਸ ਤੋਂ ਪਹਿਲੇ ਕਦੀ ਨਹੀਂ ਪੜ੍ਹਿਆ, ਹਾਂਜੀ, ਲੇਕਿਨ ਉਹ ਡਰਾਮਾ ਨਗਾਰੀ ਕਰ ਰਹੇ ਨੇ। ਬਿਲਕੁਲ ਜੀ, ਇਸ ਤਰ੍ਹਾਂ ਇਹ ਮੰਤਕ ਮੇਰੀ ਸਮਝ ਨਹੀਂ ਆ। ਹਾਂਜੀ, ਮੈਂ ਖੁਦ ਵੀ ਇਹਨੂੰ ਬੜਾ ਮਿਨਿਊਟਲੀ ਦੇਖਿਆ। ਅਸੀਂ ਵੀ ਛੋਟੇ ਮੋਟੇ ਲਿਖਾਰੀ ਹੈਗੇ ਹਾਂ ਔਰ ਖਾਸ ਤੌਰ ਤੇ ਡਰਾਮਾ ਤੇ ਸਾਡੀ ਮੁਹੱਬਤ ਹੈ, ਅਸੀਂ ਦੇਖਦੇ ਰਹਿੰਦੇ ਹਾਂ। ਅੱਜ ਕੱਲ ਰਾਈਟਰਸ ਦੇ ਵਿੱਚ ਇੱਕ ਮਸ਼ਰੂਮ ਗਰੋਥ ਹੋਈ ਹੈ ਬਹੁਤ, ਕਿਉਂਕਿ ਇਸ ਵਕਤ ਜ਼ਰੂਰਤ ਬਹੁਤ ਹੈ। ਇੰਨੇ ਰਾਈਟਰਸ ਚਾਹੀਦੇ ਨੇ ਔਰ ਉਹ ਜ਼ਾਹਰੇ ਲਿਖ ਵੀ ਰਹੇ ਨੇ, ਲੇਕਿਨ ਇਹ ਜਿਹੜੇ ਨਵੇਂ ਨਾਮ ਨੇ ਇਹ ਇੱਲਾ ਮਾਸ਼ਾ ਉਹਨਾਂ 'ਚੋਂ ਕੋਈ ਐਸਾ ਹੋਏਗਾ ਜਿਹੜਾ ਬਹੁਤ ਜ਼ਿਆਦਾ ਉਹਨਾਂ ਦਾ ਵੀਐਨ ਲੋਕ ਪਸੰਦ ਕਰਦੇ ਹੋਣ, ਉਹਨਾਂ ਦੀ ਡਾਇਲਾਗ ਲਿਖਣ ਦੀ ਸਲਾਹੀਅਤ ਪਸੰਦ ਕੀਤੀ ਜਾਂਦੀ ਹੋਵੇ, ਕਿਰਦਾਰ ਨਿਗਾਰੀ ਜਾਂ ਫਿਰ ਡਰਾਮੇ ਦਾ ਜਿਹੜਾ ਪਲਾਟ ਖੂਬਸੂਰਤ ਲਿਖਿਆ, ਜਾਂ ਫਿਰ ਉਹਨੂੰ ਡਰਾਮੇ ਨੂੰ ਆਪਣੇ ਕਿਸ ਤਰ੍ਹਾਂ ਉਹ ਲੈ ਕੇ ਜਾਂਦੇ ਨੇ ਔਰ ਡਰਾਮਾਈਅਤ ਕਿਸ ਤਰ੍ਹਾਂ ਕਰਦੇ ਨੇ, ਇਹ ਚੀਜ਼ਾਂ ਹਾਲੇ ਉਹਨਾਂ 'ਚ ਫੁਕਦਾਨ ਹੈ, ਲੇਕਿਨ ਲਿਖ ਰਹੇ ਨੇ ਲੋਕ। ਤੇ ਅੱਛੀ ਗੱਲ ਹੈ, ਲਿਖਦੇ ਲਿਖਦੇ ਉਹਨਾਂ 'ਚ ਪੁਖਤਗੀ ਆ ਜਾਏਗੀ
ਤੇ ਇਹਦਾ ਅਸਰ ਇਹ ਨਹੀਂ ਗਾ ਕਿ ਜਿਹੜੇ ਅੱਛੇ ਰਾਈਟਰ ਨੇ ਜਾਂ ਲਿਖਣ ਵਾਲੇ ਨੇ ਜਿਨ੍ਹਾਂ ਦੀ ਜ਼ਿੰਦਗੀ ਰਿਆਸਤ 'ਚ ਗੁਜ਼ਰ ਗਈ, ਜੀ ਲਿਖਣ 'ਚ ਗੁਜ਼ਰ ਗਈ, ਉਹ ਬਾਹਰ ਬੈਠੇ ਨੇ? ਸਰ ਉਹ ਮੇਰੀ ਉਹਨਾਂ ਨਾਲ ਗੱਲਬਾਤ ਹੋਈ, ਗੁਫ਼ਤਗੂ ਹੋਈ ਹੈ। ਮੈਂ ਹੁਣ ਅਸਗਰ ਨਦੀਮ ਸੈਯਦ ਸਾਹਿਬ ਦੇ ਨਾਲ ਕਾਫੀ ਮੇਰੀ ਅੱਜ ਕੱਲ੍ਹ ਸਿਟਿੰਗਸ ਰਹਿੰਦੀਆਂ ਨੇ। ਉਹ ਵੀ ਇਹੀ ਕਹਿ ਰਹੇ ਸਨ ਕਿ ਇਹ ਜਿਹੜੇ ਪੈਰਾਮੀਟਰਸ ਅੱਜ ਕੱਲ੍ਹ ਬਣ ਚੁੱਕੇ ਨੇ ਨਾ, ਇੱਕ ਫਰੇਮਵਰਕ ਦਿੱਤਾ ਗਿਆ ਹੈ, ਇੱਕ ਖਾਸ ਇੱਕ ਕੈਨਵਸ ਹੈ ਜਿਹਦੇ ਉੱਪਰ ਕਹਿੰਦੇ ਨੇ ਕਿ ਰੰਗ ਭਰ ਦਿਓ। ਤਾਂ ਕਹਿੰਦੇ ਉਹ ਸਾਨੂੰ ਨਹੀਂ ਵਾਰੇ ਆਉਂਦਾ, ਕਿ ਅਸੀਂ ਆਪਣੀ ਸੋਚ ਨਾਲ ਲਿਖਣ ਵਾਲੇ ਲੋਕ ਹਾਂ। ਅਸੀਂ ਜਦੋਂ ਕੋਈ ਏਜੰਡਾ ਆਏਗਾ ਉਹਦੇ ਤੇ ਕਦੀ ਨਹੀਂ ਲਿਖਾਂਗੇ। ਉਹ ਇਹੀ ਵਜ੍ਹਾ ਕਿ ਲੋਕ ਸਾਈਡ ਤੇ ਹੋ ਕੇ ਬੈਠ ਗਏ ਨੇ। ਅਤਾਲ ਕਾਸਮੀ ਸਾਹਿਬ ਵੀ ਕਹਿੰਦੇ ਨੇ ਕਿ ਜਿਹੜੀ ਕਹਾਣੀ ਲਿਖੀ ਜਾਂਦੀ ਹੈ ਉਹਦਾ ਜ਼ਮੀਨ ਨਾਲ ਕੋਈ ਤਲਕ ਨਹੀਂ। ਹਾਂਜੀ, ਈਵਨ ਕਿ ਕਹਿੰਦਾ ਅਸੀਂ ਡਰਾਮਾ ਦੇਖਦੇ ਹਾਂ, ਇੱਕ ਦੂਜੇ ਕਿਰਦਾਰ ਨਾਲ ਵੀ ਕੋਈ ਤਲਕ ਨਜ਼ਰ ਨਹੀਂ ਆਉਂਦਾ। ਬਿਲਕੁਲ। ਔਰ ਪਹਿਲੇ ਸਾਡੇ ਜਿਹੜੇ ਕਿਰਦਾਰ ਹੁੰਦੇ ਸੀ ਨਾ, ਉਹ ਅਮਰ ਹੋ ਜਾਂਦੇ ਸੀ। ਤੇ ਅੱਜ ਕੱਲ ਨਾ ਕਿਰਦਾਰ ਅਮਰ ਹੈ ਔਰ ਨਾ ਸਾਡਾ ਜਿਹੜਾ ਕਿਰਦਾਰ ਹੈ ਉਹ ਅਮਰ ਹੈ, ਉਹ ਵੀ ਬਿਲਕੁਲ ਡੈਡ ਹੋ ਚੁੱਕਿਆ ਹੈ। ਕਿਉਂਕਿ ਸਾਡੇ ਇੱਥੇ ਇਹੀ ਸਮਝਿਆ ਜਾਂਦਾ, ਜਿੰਨੇ ਵੀ ਸਿਆਸੀ ਟਾਕ ਸ਼ੋ ਹੋ ਰਹੇ ਨੇ ਜੀ, ਕਿ ਸ਼ਾਇਦ ਪੰਜਾਬੀ 'ਚ ਹੀ ਮਜ਼ਾ ਕ੍ਰੀਏਟ ਅੱਛਾ ਹੋ ਸਕਦਾ ਜਾਂ ਉਹਦਾ ਹੀ ਮਜ਼ਾ ਹੁੰਦਾ। ਦੇਖੋ ਜੀ, ਗੱਲ ਐਵੇਂ ਕਿ ਪੰਜਾਬ ਬੜਾ ਸੂਬਾ ਹੈ, ਪੰਜਾਬੀ ਸਭ ਤੋਂ ਜ਼ਿਆਦਾ ਬੋਲਣ ਵਾਲੀ ਜ਼ੁਬਾਨ ਹੈ, ਬੋਲੀ ਜਾਣ ਵਾਲੀ। ਇਸ ਵਜ੍ਹਾ ਤੋਂ ਅਸੀਂ ਸਿਰਫ ਇਹਨੂੰ ਮਿਜ਼ਾਹ ਨੂੰ ਪੰਜਾਬੀ ਨਾਲ ਲਿੰਕ ਕੀਤਾ ਹੈ। ਅਦਰਵਾਈਜ਼ ਸਾਰੀ ਰੀਜਨਲ ਲੈਂਗੁਏਜਸ ਵਿੱਚ ਮਿਜ਼ਾਹ ਹੋ ਰਿਹਾ ਹੈ ਔਰ ਬਹੁਤ ਜ਼ਬਰਦਸਤ। ਮੈਂ ਬੁਨਿਆਦੀ ਤੌਰ ਤੇ ਸਮਝਣਾ ਕਿ ਫੈਸਲਾਬਾਦ ਜਾਂ ਲੈਲਪੁਰ ਨੂੰ ਜੁਗਤ ਦਾ ਅਗਰ ਗੜ੍ਹ ਕਿਹਾ ਜਾ ਰਿਹਾ ਨਾ, ਇਹਦੀ ਜਿਹੜੀ ਬੇਸ ਸੀ ਨਾ, ਸ਼ੁਰੂ ਵਿੱਚ ਇਹ ਝੰਗ ਡਿਸਟ੍ਰਿਕਟ ਦਾ ਹਿੱਸਾ ਹੁੰਦਾ ਸੀ, ਤਹਿਸੀਲ ਸੀ ਸ਼ੁਰੂ ਜਦੋਂ। ਔਰ ਝੰਗ ਦਾ ਕਲਚਰ ਸੀ, ਉੱਥੇ ਇੱਕ ਵਗਤੀ ਹੁੰਦੀ ਹੈ, ਵਗਤੇਲ ਹੁੰਦੇ ਸੀ ਹਰ ਪਿੰਡ ਦੇ ਵਿੱਚ। ਉਹਨਾਂ ਨੇ ਦੋ ਵਗਤੇਲ ਬੈਠ ਜਾਂਦੇ ਸੀ, ਉਹ ਇੱਕ ਦੂਸਰੇ ਤੇ ਚੜ੍ਹਤ ਕਰਦੇ ਸੀ। ਵਗਤੀ ਅੱਗੇ ਵੱਧ ਕੇ ਗੱਲ ਕਰਨੀ, ਔਰ ਇਹ ਜੁਗਤ ਦਾ ਇੱਕ ਤਰੀਕਾ ਸੀ। ਇਹ ਜਿਹੜਾ ਮੈਂ ਸਮਝਦਾ ਕਿ ਸਾਡੇ ਫੈਸਲਾਬਾਦ ਵਿੱਚ ਜੁਗਤ ਦਾ ਰੁਝਾਨ ਆਇਆ ਤੇ ਇਹ ਉੱਥੋਂ ਹੀ ਆਇਆ। ਔਰ ਉਹ ਚੀਜ਼ ਅੱਜ ਵੀ ਉਧਰ ਮੌਜੂਦ ਹੈ। ਝੰਗ ਹੋ ਗਿਆ ਜਾਂ ਫਿਰ ਅੱਗੇ ਤੁਸੀਂ ਚਲ ਜਾਓ ਮੁਲਤਾਨ ਤੱਕ, ਖਾਨੇਵਾਲ, ਵਿਹਾੜੀ, ਬੂਰਾ, ਇਹ ਏਰੀਆ, ਉਹ ਜਿੱਥੇ ਤੁਸੀਂ ਕਹਿ ਲਓ ਕਿ ਜੰਗਲੀ ਜ਼ੁਬਾਨ ਬੋਲੀ ਜਾਂਦੀ ਹੈ, ਉਹਨਾਂ ਲੋਕਾਂ ਦਾ ਅੱਜ ਵੀ ਕਲਚਰ ਹੈ। ਯਾਨੀ ਕਿ ਮਜ਼ਾ ਹਰ ਰੀਜਨਲ ਜ਼ਬਾਨਾਂ ਦੇ ਵਿੱਚ ਕਸ਼ੀਦ ਹੁੰਦਾ ਹੈ। ਅੱਛਾ, ਮੁਸਤਕਬਲ ਦੇ ਕੀ ਇਰਾਦੇ ਨੇ? ਹੁਣ ਤੇ ਬਹੁਤ ਸਾਰੀਆਂ ਬੇੜੀਆਂ, ਪਾਬੰਦੀਆਂ ਖਤਮ ਹੋ ਚੁੱਕੀਆਂ ਨੇ। ਕੀ ਇਰਾਦੇ ਨੇ ਮੁਸਤਕਬਲ ਦੇ, ਕਿੱਧਰ ਨੂੰ ਨਿਕਲਣਾ? ਦੇਖੋ ਜੀ, ਹੁਣ ਇਸ ਵਕਤ ਸੋਸ਼ਲ ਮੀਡੀਆ ਤੇ ਮਾਸ਼ਾਅੱਲਾ ਤੁਸੀਂ ਹੁਣ ਕਾਫੀ ਕੰਮ ਕਰ ਰਹੇ ਹੋ। ਸੋਸ਼ਲ ਮੀਡੀਆ ਇੱਕ ਇੰਨਾ ਬਹੁਤ ਬੜਾ ਪਲੇਟਫਾਰਮ ਹੈ ਜਿਹੜਾ ਰਾਤੋਂ ਰਾਤ ਲੋਕਾਂ ਨੂੰ ਮਕਬੂਲ ਵੀ ਕਰ ਰਿਹਾ ਹੈ। ਔਰ ਮੇਰਾ ਖਿਆਲ ਹੈ ਕਿ ਸਾਡਾ ਸਾਰਿਆਂ ਦਾ, ਤੁਸੀਂ ਅਸੀਂ ਵੀ, ਤੁਸੀਂ ਮਾਸ਼ਾਅੱਲਾ ਟੀਵੀ ਤੇ ਲਿਖ ਰਹੇ ਹੋ, ਲੇਕਿਨ ਸਾਨੂੰ ਓਵਰਆਲ ਸ਼ਿਫਟ ਇੱਧਰ ਹੀ ਹੋਣਾ ਪੈਣਾ। ਸੋਸ਼ਲ ਮੀਡੀਆ ਵਾਹਿਦ ਪਲੇਟਫਾਰਮ ਹੈ ਜਿਹੜਾ ਇੰਟਰਨੈਸ਼ਨਲਾਈਜੇਸ਼ਨ ਕਰ ਰਿਹਾ ਹੈ, ਲੋਕਾਂ ਨੂੰ ਆਲਮੀ ਸਤ੍ਹਾ ਤੇ ਮੁਤਾਰਿਫ ਕਰਵਾ ਰਿਹਾ ਹੈ। ਸਾਡੇ ਅੱਜ ਕੱਲ੍ਹ ਦੇ ਨੌਜਵਾਨ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਮਨਵਾ ਰਹੇ ਨੇ ਔਰ ਰਾਤੋਂ ਰਾਤ ਟਿਕਟੌਕ ਸਟਾਰ ਬਣ ਕੇ ਉਹ ਬਹੁਤ ਅੱਗੇ ਨਿਕਲ ਜਾਂਦੇ। ਸੋਸ਼ਲ ਮੀਡੀਆ ਦੀ ਇਹ ਬੜੀ ਗੱਲ ਹੈ ਨਾ ਕਿ ਤੁਸੀਂ ਇਹ ਹੁਣ ਚੀਜ਼ ਪਾਈ ਹੈ, ਉਹ 10 ਮਿੰਟ ਬਾਅਦ ਤੁਹਾਡੀ ਅਮਰੀਕਾ ਉਧਰੋਂ ਤੁਹਾਨੂੰ ਉਹਦਾ ਫੀਡਬੈਕ ਫੌਰੀ ਆ ਰਿਹਾ ਕਿ ਵੀ ਤੁਹਾਡੀ। ਔਰ ਇਹੀ ਹੈ ਹੁਣ ਫਿਊਚਰ ਇਹਦਾ ਹੀ ਹੈ। ਸੋਸ਼ਲ ਮੀਡੀਆ ਬਿਹਤਰ ਕਿਰਦਾਰ ਅਦਾ ਕਰ ਰਿਹਾ ਲਿਖਣ ਦੇ ਹਵਾਲੇ ਨਾਲ। ਬਿਲਕੁਲ ਜੀ, ਸੋਸ਼ਲ ਮੀਡੀਆ ਬਹੁਤ ਬਿਹਤਰ ਕਰ ਰਿਹਾ ਹੈ, ਲੇਕਿਨ ਇਹਦਾ ਇੱਕ ਨੁਕਸਾਨ ਵੀ ਹੋਇਆ। ਉਹਦਾ ਨੁਕਸਾਨ ਇਹ ਹੋਇਆ ਕਿ ਇਕਬਾਲ ਸਾਡੀ ਜ਼ਿੰਦਗੀ ਤੋਂ ਨਿਕਲ ਗਿਆ। ਇਕਬਾਲ ਨੇ ਸਾਨੂੰ ਜੋ ਇੱਕ ਫਿਕਰ ਦਿੱਤੀ ਸੀ, ਉਹ ਫਿਕਰ ਅਸੀਂ ਅਪਣਾ ਨਹੀਂ ਸਕੇ, ਉਹਨੂੰ ਅੱਗੇ ਅਗਲੀ ਨਸਲ ਤੱਕ ਨਹੀਂ ਪਹੁੰਚਾ ਸਕੇ। ਅੱਜ ਸੋਸ਼ਲ ਮੀਡੀਆ ਤੇ ਇਕਬਾਲ ਤੋਂ ਮਨਸੂਬ ਜਿੰਨੀ ਵੀ ਸ਼ਾਇਰੀ ਹੈ ਉਹਦੇ ਵਿੱਚ 70% ਫੇਕ ਸ਼ਾਇਰੀ ਹੈ ਜੀ। ਔਰ ਉਹਦੀ ਵਜ੍ਹਾ ਤੋਂ ਉਹ ਜਿਹੜਾ ਇੱਕ ਪੈਗਾਮ ਸੀ, ਜਿਹੜਾ ਇਕਬਾਲ ਸ਼ਾਹੀਨ ਦੇਖਣਾ ਚਾਹੁੰਦਾ ਸੀ ਬੱਚਿਆਂ ਨੂੰ, ਜਾਂ ਕਹਿੰਦਾ ਸੀ ਕਿ ਸਿਤਾरों पे जो डालते हैं कमंद, या जवानों को मेरी आहो सहर दे, या यकीन कामिल दे ऊपर इकबाल ने जो लिखा है कि उकाबी रूह जब बेदार होती है जवानों में, नज़र आती है उनको अपनी मंजिल आसमानों में। और फिर इकबाल ने यह भी किया कि जब इस अंगारा खाकी में होता है यकीन पैदा, तो कर लेता है ये बालो परे रूहो लमी पैदा। वो गल्लां ते असी नौजवान नस्ल नूं दस नहीं सके कि पुत्र तुसी अगर अपने अंदर यकीन पैदा कर लो तो फिर तुहाडे अंदर जबरील दी ताकत आ जाती है। ये गल्लां ते असी नहीं दस सके। असी ते हुण ये भी कोई जिंदगी है फराज, कभी अब्बा नाराज कभी अम्मी नाराज, तो इस तरह की शायरियां कर करके असी बिल्कुल ही एक सतहियत ते आ गए। अच्छा, अपना बुखारी साहब, तुसी महसूस करते हो कि ਤੁਹਾਡੀ ਤਹਿਰੀਰ 'ਚ ਅੱਜ ਵੀ ਉਹੀ ਅਠਾਨ
ਜਿਹੜੀ 15 16 ਸਾਲ ਜਾਂ 20 ਸਾਲ ਦੀ ਉਮਰ 'ਚ ਸੀ, ਜਾਂ ਬੁੱਢੇ ਹੋਣ ਨਾਲ ਜਾਂ ਵਕਤ ਗੁਜ਼ਰਨ ਦੇ ਨਾਲ ਉਸ ਅਠਾਂ 'ਚ ਕੋਈ ਕਮੀ ਆਈ ਜਾਂ ਬਿਹਤਰੀ ਆਈ? ਸਰ ਮੈਂ ਸਮਝਣਾ ਕਿ ਇਹ ਜਿਹੜਾ ਲਿਖਣ ਦਾ ਸ਼ੌਕ ਹੈ ਨਾ, ਤਹਿਰੀਰ ਹੈ, ਇਹ ਬੁਢਾਪੇ ਦੇ ਨਾਲ ਨਾਲ ਤਹਿਰੀਰ ਜਵਾਨ ਹੁੰਦੀ ਚਲੀ ਜਾਂਦੀ ਹੈ, ਔਰ ਪੁਖਤਾ ਇਹਦੇ 'ਚ ਪੁਖਤਗੀ ਆਉਂਦੀ ਹੈ, ਤਵਾਨਾਈ ਆਉਂਦੀ ਹੈ, ਔਰ ਜੋ ਇਜ਼ਹਾਰ ਤੁਸੀਂ ਕਰਨਾ ਚਾਹੁੰਦੇ ਹੋ ਅੱਲਾਹ ਤਬਾਰਕ व ਤਾਲਾ ਤੁਹਾਡੇ ਸਫੈਦ ਬਾਲਾਂ ਨੂੰ, ਤੁਹਾਡੀ ਸ਼ਰਮ ਨੂੰ ਭਰਮ ਦਿੰਦਾ ਹੈ, ਔਰ ਫਿਰ ਬਹੁਤ ਲੋਕਾਂ ਨੂੰ ਪਸੰਦ ਕੀਤੀ ਜਾਂਦੀ ਹੈ ਚੀਜ਼, ਬਿਲਕੁਲ ਉਹਨਾਂ ਲਈ ਕਬੂਲੀਅਤ ਜ਼ਿਆਦਾ ਹੋ ਜਾਂਦੀ ਹੈ। ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅਗਰ ਮਸਲ ਰੋਕ ਟੋਕ ਵੀ ਹੋਵੇ ਜੀ ਤੇ ਤੁਸੀਂ ਆਪਣਾ ਰਸਤਾ ਬੇਸ਼ੱਕ ਕੱਢ ਲੈਂਦੇ ਹੋ? ਬੇਸ਼ੱਕ, ਹਾਂਜੀ। ਤੁਸੀਂ ਦੇਖੋ ਕਿ ਅੱਲਾਹ ਸਲੀਕਾ ਦੇ ਦਿੰਦਾ ਇਨਸਾਨ ਨੂੰ ਨਾ, ਵਕਤ ਦੇ ਨਾਲ ਨਾਲ ਜ਼ਿਆਦਾ ਪੁਖਤਗੀ ਆ ਜਾਂਦੀ ਹੈ। ਅੱਛਾ, ਸਾਡੀ ਅਦਬੀ ਤਨਜ਼ੀਮਾਂ ਦੇ ਵਿੱਚ ਜਿਹੜੀ ਇੱਕ ਗਰੋਹਬੰਦੀ ਆਪਸ ਦੇ ਵਿੱਚ ਜੋ ਹੈ, ਇਹ ਹੈ ਅਗਰ ਅਸੀਂ ਦੇਖੀਏ, ਮੈਂ ਥੋੜਾ ਜਿਹਾ ਨਾਲ ਟੱਚ ਕਰਦਾ ਕਿ ਫੈਸਲਾਬਾਦ ਹਰ ਸਾਲ ਇੱਕ ਲਿਟਰੇਰੀ ਫੈਸਟੀਵਲ ਹੁੰਦਾ ਹੈ, ਲੇਕਿਨ ਫੈਸਲਾਬਾਦ ਦਾ ਕੋਈ ਅਦੀਬ ਨੂੰ ਬੁਲਾਇਆ ਨਹੀਂ ਜਾਂਦਾ, ਸਭ ਕਰਾਚੀਓਂ ਲਾਹੌਰੋਂ ਇਹ ਉਹ ਆਣਗੇ, ਔਰ ਅਗਰ ਕਿਸੇ ਨੂੰ ਬੁਲਾਇਆ ਵੀ ਜਾਏਗਾ ਤਾਂ ਉਹਨੂੰ ਇੱਕ ਦੋ ਦਫਾ ਉਹਨਾਂ ਨੇ ਰਿਪੀਟ ਹੀ ਕੀਤਾ, ਜੀ ਜਿਹੜਾ ਮੈਂ ਦੇਖਿਆ ਜੀ। ਇਹ ਕਿਆ ਰੂਜ ਤੇ ਆ ਗਰੋਹਬੰਦੀ, ਇੱਕ ਦੂਜੇ ਦੀ ਚਿਹਰਾ ਸ਼ਨਾਸੀ? ਇਹ ਗਰੋਹਬੰਦੀ ਬਦਕਿਸਮਤੀ ਹੈ ਕਿ ਸਾਡੇ ਸ਼ਾਇਰ ਅਦੀਬ ਇਹ ਉਹ ਲੋਕ ਨੇ ਜਿਹੜੇ ਮੁਆਸ਼ਰੇ ਦੀ ਤਾਮੀਰ ਦਾ ਕੰਮ ਕਰਦੇ ਨੇ, ਲੇਕਿਨ ਬਦਕਿਸਮਤੀ ਨਾਲ ਅਸੀਂ ਉਸ ਕਿਰਦਾਰ ਨੂੰ ਨਿਭਾ ਨਹੀਂ ਸਕੇ, ਔਰ ਸਾਡੇ ਮੁਖਾਸਮਤ ਚਲਦੀ ਰਹਿੰਦੀ ਹੈ, ਗਰੋਹਬੰਦੀ ਹੈ। ਇਹ ਅੱਛੀ ਸ਼ਗੂਨ ਨਹੀਂ ਹੈ, ਇਹਦੀ ਵਜ੍ਹਾ ਤੋਂ ਸੁਸਾਇਟੀ ਵੀ ਸਾਡੀ ਖਾਨਿਆਂ 'ਚ ਤਕਸੀਮ ਹੋ ਚੁੱਕੀ ਹੈ। ਸ਼ਾਇਰੀ ਤੁਹਾਡੀ ਜਿਹੜੀ ਕੋਈ ਇਸ ਵੇਲੇ? ਮੈਂ ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਮੈਂ ਤੁਹਾਨੂੰ ਦੋ ਮਿਸਾਲਾਂ ਦੇਣਾ ਚਾਹੁੰਦਾ। ਬਿਲਕੁਲ ਦਿਓ ਜੀ। ਮੈਂ ਜਦੋਂ ਫੈਸਲਾਬਾਦ ਆ ਰਿਹਾ ਸਾਂ ਮੁਲਤਾਨ ਤੋਂ, ਤੇ ਉੱਥੇ ਮੈਂ ਦੋ ਸ਼ੇਰ ਲਿਖੇ, ਮਤਲਬ ਇੱਕ ਗਜ਼ਲ ਹੈ, ਉਹਦੇ ਤੁਹਾਨੂੰ ਦੋ ਸ਼ੇਰ ਸੁਣਾਣਾ। ਮੈਂ ਲਿਖਿਆ ਕਿ ਸਫਰ ਦਰਪੇਸ਼ ਹੈ और एक हद तक साथ देना है, सफ़र दरपेश है और एक हद तक साथ देना है, मगर तेरी मोहब्बत ने लहद तक साथ देना है। अगरचे जिस्म अपनी दस्तरस में अब नहीं जाना, मगर तय है कि रूहों ने अबद तक साथ देना है। ये हुण मुल्तान तो जिस मैं इत्थे आ गया, इत्थे आके 15-20 दिन मैनू सैटल होने ते लग गए, घर लभना सी, रिहायश रखनी सी, वो सारे ਉਹਦੇ ਮਸਰੂਫ ਹੋਣ ਦੇ ਬਾਅਦ ਜਿਹੜੇ ਪਹਿਲੇ ਮੈਂ ਦੋ ਸ਼ੇਰ ਲਿਖੇ, ਉਹ ਹੁਣ ਇੱਥੇ ਆ ਕੇ ਜਿਹੜੇ ਲਿਖੇ ਉਹ ਹੁਣ ਤੁਹਾਨੂੰ ਮੈਂ ਪੇਸ਼ ਕਰਨਾ। ਕਿ ਜੀ ਮੈਂ ਲਿਖਿਆ कि खुली मंडी में जब कीमत तुम्हारी लग रही होगी, खुली मंडी में जब कीमत तुम्हारी लग रही होगी, मैं खामोश सा बोली दहिंदा बन के बैठूंगा। यकीनन मौत है ये कल्ब की और रूह की, लेकिन तुम्हारे प्यार की खातिर मैं जिंदा बन के बैठूंगा। क्या बात। साढ़े एक बुजुर्ग सी, अल्लाह के प्यारे हो गए, इकबाल अरशद, बहुत बड़े शायर सी। उन्हों का एक शेर बड़ा मशहूर है कि तू उसे अपनी तमन्नाओं का महवर ना बना, चांद हर जाई है हर घर में उतर जाता है। वो मैंने कहने लगे, कमर बुखारी, तुमने नोट किया कि मुल्तान में थे तो तुम रूह की बातें करते थे, अज़ल अबद की बात करते थे, तो ये मदीनतुल औलिया का असर था, और तुम वहाँ पहुँचे हो तो अब खुली मंडी की बात है, नीलामी की बात है, तिजारत की बात है। तो ये सारी चीज़ें वो कहने लगा कि साड़ा जिहड़ी रहतल है, जिहड़ी मिट्टी है, जिहड़ी आबो हवा है, वो साड़ी शायरी ते भी असर करती है। सही बात, बिल्कुल सही बात। कोई मज़ाह दे कोई शायर शेर जड़े मिजाह दे जनाब, एक तो मैं जिस तरह कह रहा सा कि मेरा बहुत पुराना शेर है कि तुम हो शी और मैं हूँ शाह, असी सैयद शाह हैं, तुम हो शी और मैं हूँ शाह, काश हम दोनों शीशाह होते। सही। और एक मैं लिखिया सी, साडा जमाना तुसी भी वो दौर देखा है जदों फिल्मां देखियां जांदियां सी, बहुत सिनेमा वाला दौर। सही बात। ਉਹਦੇ ਲਈ ਮੈਂ ਇੱਕ ਲਿਖਿਆ ਕਿ ਸਾਡੀਆਂ ਜਿਹੜੀਆਂ ਅਦਾਕਾਰਾਂ ਸਨ ਪਹਿਲੇ ਵਕਤਾਂ ਦੀਆਂ, ਉਹਨਾਂ ਦੇ ਨਾਮ ਇੰਨੇ ਜ਼ਬਰਦਸਤ ਸੀ ਕਿ ਇਹਤਰਾਮ ਨਾਲ ਸਰ ਝੁਕ ਜਾਂਦਾ ਸੀ। ਮਿਸਾਲ ਦੇ ਤੌਰ ਤੇ ਨਗਮਾ, ਨਜਮਾ, ਰੀਮਾ, ਨਿਰਮਾ, ਸਾਇਮਾ, ਹਰ ਕਿਸੇ ਦਾ ਨਾਂ ਅਜਮਾ। ਔਰ ਫਿਰ ਨਾਵਾਂ ਦੀ ਹੱਦ ਤੱਕ ਨਹੀਂ ਸੀ, ਬਲਕਿ ਉਹ ਲੱਗਦੀਆਂ ਵੀ ਸੀ। ਤੇ ਇਹਦੇ ਤੇ ਮੈਂ ਲਿਖਿਆ कि अब्बा जी को भला और भला क्यों ना लगे, अब्बा जी को भला और भला क्यों ना लगे, आंटी नईमा को मेरे मुंह से नई माँ कहना, और फिल्म रीमा की जो देखूं
तो कई रोज तलक, अपनी अम्मा को भी जी जान से री माँ कहना। सही बात। अच्छा शहजाद बसरा साहब भी एक ਤੁਹਾਡਾ ਸ਼ੇਰ ਜਿਹੜਾ ਜਿਮ हाँ जी, हाँ जी, ਕੋ ਡੌਲਿਆਂ ਦੇ ਹਵਾਲੇ ਨਾਲ हाँ जी। मैं वो ਇਹ ਬੋਲੀਆਂ ਲਿਖੀਆਂ ਨੇ ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਮਿਜ਼ਾਹ ਵਿੱਚ ਬੋਲੀਆਂ ਨੂੰ ਕਿਸ ਤਰ੍ਹਾਂ ਅਸੀਂ ਇਸਤੇਮਾਲ ਕਰ ਸਕਦੇ ਹਾਂ। ਸਹੀ। ਔਰ ਇਹ ਅੱਜ ਦੀ ਬੜੀ ਮੁਮਤਾਜ਼ ਸਿਨਫ ਹੈ, ਇਹਦੇ ਤੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ। ਮੇਰਾ ਖਿਆਲ ਹੈ ਕਿ ਇਸ ਨਫ਼ਰਤ ਦੇ ਦੌਰ ਵਿੱਚ ਜਦੋਂ ਲੋਕ ਗੋਲੀਆਂ ਮਾਰਨ ਨੂੰ ਫਿਰਦੇ ਨੇ, ਉੱਥੇ ਅਗਰ ਅਸੀਂ ਬੋਲੀਆਂ ਲੈ ਆਈਏ ਤੇ ਮੁਹੱਬਤ ਦੀਆਂ ਬੋਲੀਆਂ ਨੇ, ਪੰਜਾਬੀ ਬੋਲੀਆਂ ਬਹੁਤ ਜ਼ਬਰਦਸਤ ਪਸੰਦ ਕੀਤੀਆਂ ਜਾ ਰਹੀਆਂ ਨੇ। ਮੈਂ ਇਹਦੇ 'ਚ ਹਿਊਮਰ ਦਾ ਟੱਚ ਲੈ ਕੇ ਆਇਆ। ਸਹੀ। ਮੈਂ ਇੱਕ ਦੋ ਤੁਹਾਨੂੰ ਸੁਣਾਉਣਾ ਚਾਹੁੰਦਾ ਕਿ ਅਸੀਂ ਮਿਣ ਕਰਦੇ ਰਹੇ, ਅਸੀਂ ਮਿਣ ਕਰਦੇ ਰਹੇ ਤੇ ਲੋਕੀ ਮਿਣ ਕੇ ਜਗੀਰਾਂ ਲੈ ਗਏ। ਵਾਹ ਕੀ ਬਾਤ। ਔਰ ਇੱਕ ਮੈਂ ਲਿਖਿਆ ਕਿ ਜਿਹਦਾ ਉਹ ਕਹਿ ਰਹੇ ਸਨ ਕਿ ਬਹੁਤ ਜਿਮ ਵਿੱਚ ਮੁੰਡੇ ਜਿਹੜੇ ਉਹ ਡੋਲੇ ਸ਼ੋਲੇ ਬਣਾ ਰਹੇ ਹੁੰਦੇ ਨੇ ਨਾ, ਉਹ ਮੈਂ ਇਹਦੇ ਤੇ ਲਿਖਿਆ ਕਿ ਅਸੀਂ ਜਿਨ੍ਹਾਂ ਲਈ ਡੋਲੇ ਬਣਾਉਂਦੇ ਰਹੇ वो भी आज डोली चढ़ गए, वो भी आज डोली चढ़ गए। ये थे हमारे साथ जनाब कमर बुखारी साहब। इनसे तंज़ो मज़ा की बातें करके, इनकी शायरी सुन के बहुत मज़ा आया। उम्मीद है आप भी महसूस होंगे। शुक्रिया कमर साहब, बहुत शुक्रिया।